पशु परेत मुग्ध कौ तारे, पाहन पारे उतारै। नानक दास तेरी सरनाई, सदा सदा बलिहारै। बलिहारी गुर आपणे, दिवहाड़ी सदवार। जिन मानस ते देवते किए, करत न लागी वार। जे सौ चंदा युग वह, सूरज चढ़ै हजार। एते चानण होंदिया, गुर बिन घोर अंधार। गुर बिन घोर अंधार, गुरु बिन समझ न आवै। गुर बिन सुरत न सिद्ध, गुरु बिन मुक्त न पावै। गुर कर सच विचार, गुरु कर रे मन मेरे। गुर कर शब्द सुपुन, अघन कटहै सब तेरे। गुर नैन बैन गुर गुर करहो, गुरु सत कव नल कहै। जिन गुरु न देखियो नह कियो, ते अकियथ संसार महै। ज्ञान ध्यान किछ कर्म न जाना, सार न जाना तेरी। सब ते वड्डा सतगुर नानक, जिन कल राखी मेरी। सतनाम श्री वाहिगुरु साहिब जी। कित बिद पुरख जन्म हटाया, काहे को तुझ इह मन लाया। कित बिद आसा मनसा खाई, कित बिद जोत निरंतर पाई। बिन दंता क्यों खाइय सार, नानक साचा करो विचार। कित बिद पुरख जन्म हटाया, काहे को तुझ इह मन लाया। कित बिद आसा मनसा खाई, कित बिद जोध निरंतर पाई। बिन दंता क्यों खाइय सार, नानक साचा करो विचार। वाहिगुरु जी का खालसा, वाहिगुरु जी की फतेह। पतित पावन भगत वत्सल अंतरजामी दीन दयाल मेहरबान, जाहर जहूर हाजर हजूर सर्व कला भरपूर, दसां पातशाहियां दी जोत। धन श्री गुरु ग्रंथ साहिब जी महाराज, सतगुरां दी अपर अपार किरपा रहमत दा सदका, जगत गुरु धन धन श्री गुरु नानक देव साहिब जी महाराज, सतगुरां दे पावन पवित्र अस्थान गुरुद्वारा श्री बेर साहिब जी विखे
ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ, ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਲੜੀਵਾਰ ਰੂਪ ਵਿੱਚ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਿੱਧ ਗੋਸ਼ਟ ਬਾਣੀ ਦੁਆਰਾ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ। ਜੋ ਸਿੱਧਾਂ ਵੱਲੋਂ ਸਤਿਗੁਰੂ ਸਾਹਿਬ ਜੀ ਨੂੰ ਸਵਾਲ ਕੀਤੇ ਗਏ, ਮਹਾਰਾਜ ਸਾਹਿਬ ਜੀ ਨੇ ਉਹਨਾਂ ਦਾ ਜਿਵੇਂ ਉੱਤਰ ਦਿੱਤਾ ਹੈ, ਸਵਾਲਾਂ ਦਾ ਜਵਾਬ, ਪ੍ਰਸ਼ਨਾਂ ਦਾ ਉੱਤਰ ਦਿੱਤਾ ਗਰੀਬ ਨਵਾਜ ਸਾਹਿਬ ਜੀ ਨੇ ਕਿ ਸਿੱਧਾਂ ਦੇ ਨਾਲ ਜੋ ਗੋਸ਼ਟੀ ਹੋਈ ਹੈ, ਗਿਆਨ ਵਿਚਾਰ ਹੋਈ ਹੈ, ਇਹ ਸਿੱਧ ਗੋਸ਼ਟ ਬਾਣੀ ਹੈ। ਤੋ ਮਹਾਰਾਜ ਸਾਹਿਬ ਜੀ ਅੱਜ ਦਾ ਜੋ ਪਵਿੱਤਰ ਉਪਦੇਸ਼ ਹੈ, ਇਹ 19ਵੀਂ ਪੌੜੀ ਤੋਂ ਆਰੰਭ ਕਰ ਰਹੇ ਹਨ। 939 ਅੰਗ ਤੋਂ ਹੇਠਲੇ ਪਾਸਿਓਂ ਇਹ 19ਵੀਂ ਪੌੜੀ ਆਰੰਭ ਹੁੰਦੀ ਹੈ ਤੇ ਅੱਗੇ ਫਿਰ 940 ਅੰਗ ਤੇ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਤਾਂ ਪਹਿਲਾਂ ਸਿੱਧਾਂ ਵੱਲੋਂ ਸਵਾਲ ਕੀਤੇ ਗਏ ਹਨ, ਉਹਨਾਂ ਦਾ ਫਿਰ ਮਹਾਰਾਜ ਸਾਹਿਬ ਜੀ ਜਵਾਬ ਦੇਣਗੇ, ਉੱਤਰ ਦੇਣਗੇ। ਤੋ ਜਿਵੇਂ ਗਰੀਬ ਨਵਾਜ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ ਜੀ। ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੇਤਾ ਬਿਦ ਪੁਰਖਾ ਜਨਮ ਵਟਾਇਆ। ਇਹ ਅੰਮ੍ਰਿਤ ਬਾਣੀ ਸਿੱਧ ਗੋਸ਼ਟ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਨੇ ਸ੍ਰੀ ਕਰਤਾਰਪੁਰ ਸਾਹਿਬ ਉਚਾਰਨ ਕੀਤੀ ਹੈ। ਸਾਧ ਸੰਗਤ ਜੀ, ਭਾਵੇਂ ਸਿੱਧਾਂ ਨਾਲ ਗੋਸ਼ਟੀ ਸਮੇਰ ਪਰਬਤ ਤੇ ਹੋਈ ਹੈ, ਅਚਲ ਬਟਾਲੇ ਹੋਈ ਹੈ, ਵੱਖ-ਵੱਖ ਥਾਵਾਂ ਤੇ ਹੋਈ ਹੈ, ਪਰ ਬਾਬਾ ਲਹਿਣਾ ਜੀ ਅਤੇ ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਸ੍ਰੀ ਕਰਤਾਰਪੁਰ ਸਾਹਿਬ ਮਹਾਰਾਜ ਨੂੰ ਕੀਤੀ ਸੀ ਕਿ ਸਤਿਗੁਰੂ ਜੋ ਸਿੱਧਾਂ ਦੇ ਨਾਲ ਆਪ ਜੀ ਦੀ ਗਿਆਨ ਵਿਚਾਰ ਹੋਈ ਹੈ, ਗੋਸ਼ਟ ਹੋਈ ਹੈ, ਕਿਰਪਾ ਕਰਕੇ ਮਹਾਰਾਜ ਉਹ ਦੱਸੋ। ਇਹ ਪਵਿੱਤਰ ਬਾਣੀ 73 ਪੌੜੀਆਂ ਵਾਲੀ ਸਤਿਗੁਰੂ ਸਾਹਿਬ ਜੀ ਨੇ ਉਚਾਰਨ ਕਰਕੇ ਸਿੱਧਾਂ ਦੇ ਸਵਾਲਾਂ ਨੂੰ ਵੀ ਆਪ ਹੀ ਕਥਨ ਕੀਤਾ ਤੇ ਜੋ ਉੱਤਰ ਦਿੱਤੇ ਸੀ ਉਹ ਵੀ ਮਹਾਰਾਜ ਸਾਹਿਬ ਜੀ ਨੇ ਦੱਸੇ। ਹੁਣ ਇੱਥੇ ਸਤਿਗੁਰੂ ਦੱਸ ਰਹੇ ਹਨ ਬਾਬਾ ਬੁੱਢਾ ਸਾਹਿਬ ਜੀ ਅਤੇ ਬਾਬਾ ਲਹਿਣਾ ਜੀ ਦੇ ਤਾਈਂ। ਮਹਾਰਾਜ ਸਾਹਿਬ ਜੀ ਗਰੀਬ ਨਵਾਜ ਫਰਮਾਉਂਦੇ ਹਨ ਕਿ ਪੁਰਖਾ, ਇਹ ਭਾਈ ਲਹਿਣਾ ਜੀ, ਬਾਬਾ ਬੁੱਢਾ ਸਾਹਿਬ ਜੀ, ਸਾਨੂੰ ਸਿੱਧਾਂ ਨੇ ਸਵਾਲ ਕੀਤਾ। ਉਹ ਕਹਿਣ ਲੱਗੇ ਕਿ ਤਬਿਅਤ ਪੁਰਖਾ ਜਨਮ ਵਟਾਇਆ। ਸਾਨੂੰ ਉਹਨਾਂ ਨੇ ਪੁਰਖਾ ਕਹਿ ਕੇ ਸੰਬੋਧਨ ਕੀਤਾ। ਕਈ ਵਾਰੀ ਸਿੱਧ ਮਹਾਰਾਜ ਸਾਹਿਬ ਜੀ ਨੂੰ ਪੁਰਖਾ ਕਹਿ ਕੇ ਸੰਬੋਧਨ ਕਰਦੇ ਤੇ ਕਈ ਵਾਰੀ ਬਾਲਾ ਵੀ ਕਹਿੰਦੇ ਸਨ। ਜਿਵੇਂ ਪਿਛੇ ਮਹਾਰਾਜ ਸਾਹਿਬ ਜੀ ਦੀ ਬਾਣੀ ਦੇ ਵਿੱਚ ਇਹ ਵਚਨ ਵੀ ਆ ਚੁੱਕਾ ਹੈ। ਜਿਵੇਂ ਸਿੱਧਾਂ ਨੇ ਆਖਿਆ, ਕਹਿ ਬੈਸੋ ਕਹਿ ਰਹੀ ਹੈ ਬਾਲੇ, ਕਹਿ ਆਵੋ ਕਹਿ ਜਾਵੋ, ਨਾਨਕ ਬੋਲੇ ਸੁਣ ਬੈਰਾਗੀ, ਕਿਆ ਤੁਮਾਰਾ ਰਾਹੋ। ਉਥੇ ਬਾਲੇ ਆਖਿਆ ਸੀ, ਇੱਥੇ ਸਿੱਧ ਕਹਿੰਦੇ ਆ ਪੁਰਖਾ। ਕਿਤ ਬਿਦ ਪੁਰਖਾ ਜਨਮ ਵਟਾਇਆ। ਇਹ ਪੁਰਖਾ ਸਤਿਗੁਰੂ ਜੀ, ਕਿਸ ਵਿਧੀ ਦੇ ਨਾਲ, ਕਿਸ ਢੰਗ ਤਰੀਕੇ ਦੇ ਨਾਲ ਤੁਸੀਂ ਆਪਣੇ ਜਨਮ ਵਟਾਇਆ ਹੈ। ਵਟਾਇਆ ਤੋਂ ਭਾਵ ਕਿ ਆਪ ਜਨਮ ਮਰਨ ਤੋਂ ਰਹਿਤ ਕਿਸ ਤਰ੍ਹਾਂ ਹੋਏ ਹੋ। ਜਨਮ ਨੂੰ ਵਟਾਉਣਾ ਇਹ ਹੈ, ਜਨਮ ਨੂੰ ਬਦਲਣਾ ਇਹ ਹੈ ਕਿ ਜਨਮ ਤੋਂ ਰਹਿਤ ਹੋ ਜਾਣਾ। ਕਿਸ ਵਿਧੀ ਦੇ ਨਾਲ, ਕਿਸ ਤਰੀਕੇ ਦੇ ਨਾਲ ਤੁਸੀਂ ਆਪਣੇ ਜਨਮ ਨੂੰ ਵਟਾਇਆ ਹੈ, ਅਥਵਾ ਕਿਸ ਤਰੀਕੇ ਨਾਲ ਤੁਸੀਂ ਆਪਣੇ ਜਨਮ ਨੂੰ, ਜੀਵਨ ਨੂੰ ਵਟਾਇਆ ਹੈ, ਤਬਦੀਲ ਕੀਤਾ, ਬਦਲਿਆ। ਕਿਉਂਕਿ ਜੋ ਕੁਝ ਸੰਸਾਰ ਦੇ ਜੀਵ ਜਨਮ ਲੈ ਕੇ ਜੀਵਨ ਵਿੱਚ ਕਰਦੇ ਹਨ, ਉਹਦੇ ਤੋਂ ਤੁਸੀਂ ਸਾਰਾ ਕੁਝ ਹੀ ਆਪਣਾ ਬਦਲ ਲਿਆ, ਵਟਾ ਲਿਆ। ਲੋਕ ਘਰ ਦੇ ਵਿੱਚ ਰਹਿੰਦੇ ਹਨ, ਪਦਾਰਥਾਂ ਵਿੱਚ ਰਹਿੰਦੇ ਹਨ, ਧੀਆਂ ਪੁੱਤਰਾਂ ਵਿੱਚ ਰਹਿੰਦੇ ਹਨ,
ਪਦਾਰਥਾਂ ਵਿੱਚ ਫਸੇ ਰਹਿੰਦੇ ਹਨ, ਹੰਗਤਾ ਮਮਤਾ ਮੋਹ ਮਮਤਾ ਵਿੱਚ ਫਸੇ ਰਹਿੰਦੇ ਹਨ। ਤੇ ਤੁਸੀਂ ਤੇ ਆਪਣੇ ਜਨਮ ਨੂੰ ਉਸ ਸਾਰੇ ਕੁਝ ਦੇ ਨਾਲੋਂ ਵਟਾ ਹੀ ਲਿਆ। ਸੰਸਾਰ ਦੇ ਪਦਾਰਥਾਂ ਦੇ ਮੋਹ ਨੂੰ ਤੁਸੀਂ ਛੱਡ ਦਿੱਤਾ, ਪਰਿਵਾਰ ਦੇ ਮੋਹ ਨੂੰ ਛੱਡ ਦਿੱਤਾ, ਸੰਸਾਰ ਦੇ ਮੋਹ ਨੂੰ ਛੱਡ ਦਿੱਤਾ, ਸੰਸਾਰ ਦੇ ਔਗਣਾਂ ਨੂੰ ਛੱਡ ਦਿੱਤਾ, ਸੰਸਾਰ ਦੇ ਪਦਾਰਥਾਂ ਨੂੰ ਛੱਡ ਦਿੱਤਾ। ਇਸ ਕਰਕੇ ਤੁਸੀਂ ਆਪਣੇ ਜਨਮ ਨੂੰ ਇਹ ਕਿਸ ਤਰੀਕੇ ਦੇ ਨਾਲ ਵਟਾਇਆ ਹੈ, ਕਿਵੇਂ ਤਬਦੀਲ ਕੀਤਾ। ਕਿਤਵਿਦ ਪੁਰਖਾ ਜਨਮ ਵਟਾਇਆ। ਤੁਸੀਂ ਆਪਣੇ ਜਨਮ ਨੂੰ ਕਿਸ ਤਰੀਕੇ ਨਾਲ ਇਹ ਸਾਰਾ ਹੀ ਬਦਲ ਲਿਆ। ਜਿਸ ਤਰ੍ਹਾਂ ਸੰਸਾਰ ਦੇ ਲੋਕ ਚੱਲਦੇ ਉਸ ਤਰ੍ਹਾਂ ਤੁਸੀਂ ਨਹੀਂ ਚੱਲਦੇ। ਇਹ ਸਿੱਧਾਂ ਦਾ ਸਵਾਲ ਹੈ ਕਿ ਤੁਸੀਂ ਆਪਣੇ ਜਨਮ ਨੂੰ ਵਟਾ ਹੀ ਲਿਆ ਹੈ, ਤੁਸੀਂ ਆਪਣੇ ਜਨਮ ਨੂੰ ਤਬਦੀਲ ਹੀ ਕਰ ਲਿਆ, ਬਦਲ ਲਿਆ। ਇਹ ਬਦਲਾਅ ਤੁਹਾਡੇ ਵਿੱਚ ਕਿਵੇਂ ਆਇਆ ਹੈ, ਕਿਹੜੇ ਤਰੀਕੇ ਨਾਲ ਇਹ ਬਦਲਾਅ ਆਇਆ। ਸਾਧ ਸੰਗਤ ਜੀ, ਜੋ ਵਾਹਿਗੁਰੂ ਜੀ ਦੇ ਨਾਮ ਨਾਲ ਜੁੜਨਾ ਹੈ, ਬਾਣੀ ਨਾਲ ਜੁੜਨਾ ਹੈ, ਜੋ ਧਾਰਮਿਕ ਹੋਣਾ ਹੈ, ਉਹਦਾ ਭਾਵ ਇਹ ਹੀ ਹੈ ਜੀਵਨ ਦੇ ਵਿੱਚ ਬਦਲਾਅ ਆਉਂਦਾ ਹੈ, ਜੀਵਨ ਬਦਲ ਜਾਂਦਾ ਹੈ। ਸਤਿਗੁਰੂ ਜੀ ਦੇ ਇਸ ਬਦਲਾਅ ਤੋਂ ਸਿੱਧ ਹੈਰਾਨ ਵਾਂ। ਉਹ ਕਹਿੰਦੇ ਤੁਸੀਂ ਆਪਣੇ ਜਨਮ ਦੇ ਵਿੱਚ ਇਹ ਬਦਲਾਅ ਕਿਵੇਂ ਲਿਆਂਦਾ, ਤੁਸੀਂ ਆਪਣੇ ਆਪ ਨੂੰ ਵਟਾਇਆ ਕਿਵੇਂ ਹੈ। ਇਹ ਸਵਾਲ ਹੈ ਸਿੱਧਾਂ ਦਾ। ਕਿਤਵਿਦ ਪੁਰਖਾ ਜਨਮ ਵਟਾਇਆ। ਇਹ ਪੁਰਖਾ ਆਪਣੇ ਜਨਮ ਨੂੰ, ਆਪਣੇ ਜੀਵਨ ਨੂੰ ਤੁਸੀਂ ਕਿਸ ਤਰੀਕੇ ਨਾਲ ਵਟਾਇਆ। ਤੇ ਜਨਮ ਵਟਾਇਆ ਤੋਂ ਭਾਵ ਇਹ ਵੀ ਹੈ ਕਿ ਜਨਮ ਮਰਨ ਤੋਂ ਰਹਿਤ ਤੁਸੀਂ ਕਿਵੇਂ ਹੋਏ ਹੋ, ਤੁਸੀਂ ਕਿਵੇਂ ਅਬਿਨਾਸੀ ਸਰੂਪ ਹੋਏ ਹੋ। ਆਹੇ ਕੋ ਤੁਝ ਹਿਉ ਮਨ ਲਾਇਆ। ਤੇ ਹੇ ਸਤਿਗੁਰੂ ਜੀ, ਤੁਸੀਂ ਆਪਣੇ ਮਨ ਨੂੰ ਕਿਸ ਦੇ ਵਿੱਚ ਲਾਇਆ, ਕਿਸ ਤਰੀਕੇ ਦੇ ਨਾਲ ਆਪਣੇ ਮਨ ਨੂੰ ਪਰਮੇਸ਼ਰ ਵਾਹਿਗੁਰੂ ਦੇ ਵਿੱਚ ਜੋੜਿਆ। ਕਾਹੇ ਕੋ, ਕਿਹੜੇ ਸਾਧਨ ਦੇ ਨਾਲ, ਕਿਸ ਤਰੀਕੇ ਦੇ ਨਾਲ ਇਸ ਮਨ ਨੂੰ ਤੁਸੀਂ ਇਸ ਪਾਸੇ ਲਾਇਆ ਹੈ, ਪ੍ਰਭੂ ਵਾਲੇ ਪਾਸੇ ਲਾਇਆ ਹੈ। ਸੰਸਾਰ ਪਦਾਰਥਾਂ ਤੋਂ ਉੱਚਾ ਚੁੱਕ ਕਰਕੇ, ਪਦਾਰਥਾਂ ਤੋਂ ਮੋੜ ਕਰਕੇ ਪ੍ਰਮਾਤਮਾ ਦੇ ਵਿੱਚ ਕਿਵੇਂ ਲਾਇਆ। ਪਰਿਵਾਰ ਦੇ ਮੋਹ ਤੋਂ ਮੋੜ ਕਰਕੇ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਇਸ ਮਨ ਨੂੰ ਤੁਸੀਂ ਕਿਵੇਂ ਲਾਇਆ। ਇਹ ਮਨ ਨੂੰ, ਅਮੋੜ ਮਨ ਨੂੰ, ਜਿਹੜਾ ਮੋੜਿਆ ਨਹੀਂ ਜਾਂਦਾ ਮਨ, ਇਸ ਮਨ ਨੂੰ ਤੁਸੀਂ ਕਿਵੇਂ ਲਾਉਣਾ ਕੀਤਾ ਹੈ ਪ੍ਰਭੂ ਦੇ ਵਿੱਚ। ਤੀਸਰਾ ਸਵਾਲ ਸਿੱਧਾਂ ਦਾ ਹੈ, ਕਹਿੰਦੇ ਵੀ ਕਿਸ ਤਰੀਕੇ ਨਾਲ, ਕਿਸ ਵਿਧੀ ਦੇ ਨਾਲ। ਉਹ ਕਿਹੜੀ ਵਿਧੀ ਹੈ ਜਿਸ ਨਾਲ ਤੁਸੀਂ ਆਸਾਂ ਨੂੰ ਤੇ ਮਨਸਾਂ ਨੂੰ ਖਾ ਲਿਆ। ਆਸਾਂ ਹੁੰਦੀ ਹੈ ਸਾਧ ਸੰਗਤ ਜੀ ਜੋ ਦੀਰਘ ਲੱਗੀ ਰਹਿੰਦੀ ਹੈ, ਲੰਮੀ ਆਸ ਲੱਗੀ ਰਹਿੰਦੀ ਹੈ ਵੀ ਐਤਕੀ ਦੇ ਸਾਲ ਆ ਕੁਝ ਬਣਾਵਾਂਗਾ, ਅਗਲੇ ਸਾਲ ਆ ਕੁਝ ਬਣਾਵਾਂਗਾ, ਤੀਜੇ ਸਾਲ ਵਿੱਚ ਆ ਕੁਝ ਕਰਾਂਗਾ, ਚੌਥੇ ਸਾਲ ਵਿੱਚ ਆ ਕੁਝ ਕਰਾਂਗਾ, 6 ਮਹੀਨਿਆਂ ਬਾਅਦ ਆ, ਸਾਲ ਬਾਅਦ ਆ ਕੁਝ ਕਰਾਂਗਾ। ਇਹ ਆਸਾ ਬਣੀ ਰਹਿੰਦੀ ਹਰ ਇੱਕ ਦੇ ਅੰਦਰ, ਸੰਸਾਰ ਦੀ ਆਸਾ। ਤੇ ਮਨਸਾ, ਮਨ ਦੀ ਵਾਸ਼ਨਾ, ਜਿਹੜੀ ਇੱਕ ਇੱਕ ਛਿਣ ਵਿੱਚ ਫੁਰਦੀ ਰਹਿੰਦੀ ਹੈ। ਵਾਰ-ਵਾਰ ਮਨ ਵਿੱਚ ਫੁਰਨਾ ਪੈਦਾ ਹੁੰਦਾ ਹੈ, ਕਦੀ ਕੋਈ, ਕਦੀ ਕੋਈ, ਕਦੀ ਕੋਈ, ਕਦੀ ਕੋਈ। ਮਨ ਦੀ ਵਾਸ਼ਨਾ, ਬੁੱਧੀ ਦੀ ਵਾਸ਼ਨਾ, ਆਸਾ ਪਦਾਰਥਾਂ ਦੀ ਜਿਹੜੀ ਵੱਡੀ ਹੈ, ਉਹ ਤੇ ਬੰਦ ਕਰਨ ਨਾਲ ਹੋਣਾ। ਤੇ ਮਨਸਾ, ਮਨ ਦੇ ਵਿੱਚ ਜਿਹੜਾ ਫੁਰਨਾ ਹੈ। ਕਿਤ ਵਿਦ, ਕਿਸ ਤਰੀਕੇ ਦੇ ਨਾਲ ਤੁਸੀਂ ਆਸਾ ਨੂੰ, ਸੰਸਾਰ ਦੇ ਪਦਾਰਥਾਂ ਦੀ ਆਸਾ ਨੂੰ ਤੇ ਮਨ ਦੀ ਵਾਸ਼ਨਾ ਨੂੰ ਖਾ ਲਿਆ। ਖਾਣ ਤੋਂ ਭਾਵ ਹੈ ਵੀ ਮੁਕਾ ਦਿੱਤਾ, ਸਮਾਪਤ ਕਰ ਦਿੱਤਾ। ਉਹ ਸਿੱਧ, ਕਿਉਂਕਿ ਉਹ ਸੋਚਦੇ ਆ, ਵੇਖਦੇ ਆ ਵੀ ਅਸੀਂ ਤੇ ਘਰ ਵੀ ਛੱਡ ਦਿੱਤਾ ਪਰ ਸਾਡੀ ਆਸਾ ਫਿਰ ਵੀ ਨਹੀਂ ਮੁੱਕੀ ਹੈ।
ਪਦਾਰਥ ਛੱਡ ਦਿੱਤੇ, ਰਾਜ ਭਾਗ ਛੱਡ ਦਿੱਤਾ, ਪਰ ਅੰਦਰ ਆਸਾ ਫਿਰ ਵੀ ਬਣੀ ਹੋਈ ਹੈ ਸਾਡੇ ਅੰਦਰ। ਤੇ ਵਾਰ-ਵਾਰ ਮਨ ਦੇ ਵਿੱਚ ਫੁਰਨੇ ਪੈਦਾ ਹੁੰਦੇ ਆ, ਵਾਸ਼ਨਾ ਪੈਦਾ ਹੁੰਦੀ ਹੈ। ਤੇ ਤੁਸੀਂ ਮਹਾਰਾਜ ਸਾਹਿਬ ਇਹ ਪਦਾਰਥਾਂ ਦੀ ਆਸਾ ਨੂੰ ਤੇ ਮਨ ਦੇ ਫੁਰਨਿਆਂ ਨੂੰ, ਮਨ ਦੀ ਇਹ ਸੰਕਲਪਾਂ ਵਿਕਲਪਾਂ ਨੂੰ, ਮਨ ਦੀ ਵਾਸ਼ਨਾ ਨੂੰ ਕਿਵੇਂ ਖਾ ਲਿਆ, ਕਿਵੇਂ ਖਤਮ ਕਰ ਦਿੱਤਾ ਹੈ। ਕੀਰਤ ਬਿਰਦ ਜੋਤ ਨਿਰੰਤਰ ਪਾਈ। ਤੇ ਕਿਸ ਵਿਧੀ ਦੇ ਨਾਲ ਤੁਸੀਂ ਇੱਕ ਰਸ ਵਾਹਿਗੁਰੂ ਦੀ ਜੋਤ ਨੂੰ ਪ੍ਰਾਪਤ ਕੀਤਾ। ਤੁਸੀਂ ਕਹਿੰਦੇ ਹੋ ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਕੈ ਚਾਨਣ ਸਭ ਮਹਿ ਚਾਨਣ ਹੋਏ। ਜਿਹੜੀ ਇੱਕ ਰਸ ਸਾਰਿਆਂ ਵਿੱਚ ਜੋਤ ਤੁਸੀਂ ਵੇਖਦੇ ਹੋ, ਇਹ ਤੁਹਾਨੂੰ ਕਿਵੇਂ ਜੋਤ ਦਿਸੀ ਹੈ। ਲਗਾਤਾਰ ਨਿਰੰਤਰ ਇੱਕ ਰਸ ਸਾਰੇ ਪਾਸੇ ਪ੍ਰਭੂ ਦੀ ਜੋਤ ਨੂੰ ਤੁਸੀਂ ਕਿਵੇਂ ਪ੍ਰਾਪਤ ਕਰ ਲਿਆ। ਅਸੀਂ ਤੇ ਯੋਗਾ ਅਭਿਆਸ ਵੀ ਕਰਦੇ ਹਾਂ, ਅਸੀਂ ਤੇ ਅੱਖਾਂ ਮੀਟ ਮੀਟ ਕੇ ਵੀ ਬੈਠਦੇ ਹਾਂ, ਪਰ ਸਾਨੂੰ ਜੋਤ ਫੇਰ ਨਹੀਂ ਦਿਸਦੀ। ਕੰਨਾਂ ਚੁੰਗਲਾਂ ਲੈ ਕਰਕੇ ਸਵਾਸ ਵੀ ਦਸਮ ਦੁਆਰ ਚੜਾਉਂਦੇ ਹਾਂ, ਪ੍ਰਾਣਾਯਾਮ ਵੀ ਕਰਦੇ ਹਾਂ, ਤੇ ਸਾਨੂੰ ਬਿਜਲੀ ਦੇ ਪ੍ਰਕਾਸ਼ ਵਰਗਾ ਪ੍ਰਕਾਸ਼ ਜਿਹਾ ਵੇਖਣ ਦੀ ਉਹ ਆਦਤ ਜੀ ਬਣ ਗਈ ਹੈ। ਪਰ ਸਾਨੂੰ ਤਾਂ ਇੱਕ ਰਸ ਇਹ ਜੋਤ ਨਹੀਂ ਦਿਸਦੀ ਹੈ, ਸਰਬ ਵਿਆਪਕ ਜੋਤ। ਤੁਸੀਂ ਮਹਾਰਾਜ ਪ੍ਰਭੂ ਦੀ ਸਰਬ ਵਿਆਪਕ ਜੋਤ ਨੂੰ ਇੱਕ ਰਸ ਕਿਵੇਂ ਪ੍ਰਾਪਤ ਕੀਤਾ ਹੈ। ਬਿਨ ਦੰਤਾ ਕਿਉ ਖਾਈਐ ਸਾਰ। ਮਹਾਰਾਜ ਇਹ ਬਿਨਾਂ ਦੰਦਾਂ ਤੋਂ ਲੋਹਾ ਕਿਵੇਂ ਖਾਧਾ ਜਾਵੇ, ਕਿਵੇਂ ਲੋਹੇ ਨੂੰ ਖਾਇਆ ਜਾ ਸਕਦਾ ਹੈ ਬਿਨਾਂ ਦੰਦਾਂ ਤੋਂ। ਲੋਹੇ ਨੂੰ ਤੇ ਦੰਦਾਂ ਨਾਲ ਵੀ ਖਾਈਏ ਤੇ ਲੋਹਾ ਦੰਦਾਂ ਨੂੰ ਫੇਰ ਵੀ ਭੰਨ ਦੇਵੇਗਾ, ਦੰਦ ਟੁੱਟ ਜਾਣਗੇ ਲੋਹੇ ਨੂੰ ਚੱਬਣ ਲੱਗਿਆਂ। ਤੇ ਬਿਨਾਂ ਦੰਦਾਂ ਤੋਂ ਲੋਹੇ ਨੂੰ ਕਿਵੇਂ ਖਾਧਾ ਜਾ ਸਕਦਾ। ਇਹ ਜਿਹੜਾ ਸੰਸਾਰ ਰੂਪੀ ਲੋਹਾ ਹੈ, ਇਹਨੂੰ ਸਾਧਨਾ ਰੂਪੀ ਦੰਦਾਂ ਤੋਂ ਬਿਨਾਂ, ਕਠਨ ਸਾਧਨ ਕੀਤੇ ਤੋਂ ਬਿਨਾਂ, ਜਿਵੇਂ ਅਸੀਂ ਕਠਨ ਸਾਧਨ ਕਰਦੇ ਹਾਂ, ਯੋਗਾ ਅਭਿਆਸ ਆਦਿਕ ਆਸਣ ਲਾਉਂਦੇ ਹਾਂ, ਵੱਖ-ਵੱਖ ਪ੍ਰਾਣਾਯਾਮ ਕਰਦੇ ਹਾਂ, ਇਹ ਕਠਨ ਸਾਧਨਾ ਤੋਂ ਬਿਨਾਂ, ਕਠਨ ਸਾਧਨਾ ਰੂਪੀ ਦੰਦਾਂ ਤੋਂ ਬਿਨਾਂ ਇਹ ਸੰਸਾਰ ਦੇ ਇਹ ਤਾਂ ਹੀ ਕਿਸ ਪ੍ਰਕਾਰ ਦੇ ਨਾਲ ਇਹ ਲੋਹੇ ਨੂੰ ਖਾਧਾ ਜਾ ਸਕਦਾ, ਕਿਵੇਂ ਸੰਸਾਰ ਨੂੰ ਜਿੱਤਿਆ ਜਾ ਸਕਦਾ ਹੈ, ਕਿਵੇਂ ਸੰਸਾਰ ਨੂੰ ਖਾਧਾ ਜਾ ਸਕਦਾ ਹੈ। ਸੰਸਾਰ ਰੂਪੀ ਲੋਹੇ ਨੂੰ, ਭਾਵ ਵਿਕਾਰਾਂ ਨੂੰ, ਸੰਸਾਰ ਦੀਆਂ ਵਾਸ਼ਨਾ ਨੂੰ, ਸੰਸਾਰ ਦੇ ਵਿਕਾਰਾਂ ਨੂੰ, ਇਹ ਲੋਹੇ ਨੂੰ, ਇਹ ਲੋਹੇ ਦੀ ਤਰ੍ਹਾਂ ਵਿਕਾਰਾਂ ਨੂੰ ਜਿੱਤਣਾ ਲੋਹਾ ਚੱਬਣ ਦੀ ਤਰ੍ਹਾਂ। ਇਹ ਕਰੜਾ ਕੰਮ ਹੈ, ਸਖਤ ਕੰਮ ਹੈ। ਇਹ ਮਹਾਰਾਜ ਕਿਵੇਂ ਸਾਰ ਲੋਹਾ ਬਿਨਾਂ ਦੰਦਾਂ ਤੋਂ ਖਾਧਾ ਜਾ ਸਕਦਾ ਹੈ। ਨਾਨਕ ਸਾਚਾ ਕਰੋ ਵਿਚਾਰ। ਹੇ ਸ੍ਰੀ ਨਾਨਕ ਜੀ, ਇਹ ਸੱਚਾ ਵਿਚਾਰ ਤੁਸੀਂ ਕਰਕੇ ਦੱਸੋ ਸਾਨੂੰ। ਇਹ 19ਵੀਂ ਪੌੜੀ ਦੇ ਵਿੱਚ ਸਿੱਧਾਂ ਵੱਲੋਂ ਇਹ ਸਾਧ ਸੰਗਤ ਜੀ ਵੱਖ-ਵੱਖ ਸਵਾਲ ਕੀਤੇ ਗਏ, ਇਹ ਪ੍ਰਸ਼ਨ ਕੀਤੇ ਗਏ। ਪਹਿਲਾਂ ਉਹਨਾਂ ਨੇ ਸਵਾਲ ਕੀਤਾ ਵਾ ਕਿਤ ਬਿਦ ਪੁਰਖਾ ਜਨਮ ਵਟਾਇਆ, ਵੀ ਤੁਸੀਂ ਆਪਣੇ ਜਨਮ ਨੂੰ, ਜੀਵਨ ਨੂੰ ਕਿਵੇਂ ਤਬਦੀਲ ਕੀਤਾ ਹੈ। ਦੂਸਰਾ ਉਹਨਾਂ ਨੇ ਕੀਤਾ ਵੀ ਤੁਸੀਂ ਇਹ ਮਨ ਕਿਵੇਂ ਪਰਮੇਸ਼ਰ ਦੇ ਵਿੱਚ ਜੋੜਿਆ, ਕਾਹੇ ਕੋ ਤੁਝੇ ਮਨ ਲਾਇਆ। ਤੀਜਾ ਸਵਾਲ ਕੀਤਾ ਵੀ ਇਹ ਪਦਾਰਥਾਂ ਦੀ ਆਸਾ ਤੇ ਮਨ ਦੀਆਂ ਵਾਸ਼ਨਾ ਕਿਵੇਂ ਤੁਸੀਂ ਖਾਧੀਆਂ। ਚੌਥਾ ਸਵਾਲ ਕੀਤਾ ਵੀ ਕਿਹੜੇ ਤਰੀਕੇ ਦੇ ਨਾਲ ਤੁਸੀਂ ਇੱਕ ਰਸ ਪ੍ਰਭੂ ਦੀ ਜੋਤ ਨੂੰ ਪ੍ਰਾਪਤ ਕੀਤਾ। ਪੰਜਵਾਂ ਸਵਾਲ ਕੀਤਾ ਹੈ ਵੀ ਬਿਨਾਂ ਦੰਦਾਂ ਤੋਂ ਲੋਹਾ ਕਿਵੇਂ ਚੱਬਿਆ ਜਾ ਸਕਦਾ ਹੈ। ਇਹ ਸੰਸਾਰ ਰੂਪੀ ਲੋਹਾ, ਇਹ ਸਾਧਨਾ ਰੂਪੀ ਦੰਦਾਂ ਤੋਂ ਬਿਨਾਂ ਕਿਵੇਂ ਖਾਧਾ ਜਾ ਸਕਦਾ ਹੈ। ਇਹ ਸੱਚਾ ਵਿਚਾਰ ਆਪ ਜੀ ਕਰਕੇ ਦੱਸੋ। ਸਤਿਗੁਰ ਕੈ ਜਨਮੇ ਗਮਨ ਮਿਟਾਇਆ। ਹੁਣ 20ਵੀਂ ਪੌੜੀ ਦੇ ਵਿੱਚ ਮਹਾਰਾਜ ਸਾਹਿਬ ਜੀ ਉੱਤਰ ਦਿੰਦੇ ਇਹਨਾਂ ਸਿੱਧਾਂ ਦੇ ਸਾਰੇ ਸਵਾਲਾਂ ਦਾ। ਪਹਿਲੇ ਸਵਾਲ ਦਾ ਮਹਾਰਾਜ ਸਾਹਿਬ ਜੀ ਜਵਾਬ ਦੇ ਰਹੇ, ਕਹਿੰਦੇ ਸਿੱਧੋ ਸਤਿਗੁਰ ਕੈ ਜਨਮੇ ਗਮਨ ਮਿਟਾਇਆ। ਜਦੋਂ ਸਾਡਾ ਜਨਮ ਸਤਿਗੁਰੂ ਦੇ ਘਰ ਵਿੱਚ ਹੋਇਆ ਨਾ, ਤਾਂ ਫਿਰ ਸਾਡੇ ਜੀਵਨ ਦੇ ਵਿੱਚ ਬਦਲਾਅ ਆਇਆ ਤੇ ਆਵਾਗਮਨ, ਜਮਣਾ ਮਰਨਾ ਅਸੀਂ ਮਿਟਾ ਲਿਆ ਹੈ ਆਪਣਾ। ਸਤਿਗੁਰੂ ਜੀ ਦੇ ਘਰ ਵਿੱਚ ਜਦੋਂ ਸਾਡਾ ਜਨਮ ਹੋਇਆ। ਮਹਾਰਾਜ ਤੁਹਾਡਾ ਸਤਿਗੁਰੂ ਕੌਣ ਹੈ? ਤਾਂ ਕਹਿੰਦੇ ਸਾਡਾ ਸਤਿਗੁਰੂ ਸ਼ਬਦ ਹੈ, ਸ਼ਬਦ ਗੁਰੂ, ਸੁਰਤ ਧੁਨ ਚੇਲਾ। ਮਹਾਰਾਜ ਉਹ ਸ਼ਬਦ ਕੌਣ ਹੈ?
ਕਹਿੰਦੇ ਸ਼ਬਦ ਬ੍ਰਹਮ ਹੈ। ਮਹਾਰਾਜ ਬ੍ਰਹਮ ਕੌਣ ਹੈ? ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਉਹ ਕਰਤਾ ਪੁਰਖ ਹੈ ਸਾਡਾ ਗੁਰੂ। ਤਤ ਨਿਰੰਜਨ ਜੋਤ ਸਬਾਈ, ਸੋਹੰ ਭੇਦ ਨਾ ਕੋਈ ਜੀਓ। ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ। ਜੋ ਅਪਰੰਪਰ ਹੈ, ਪਰੇ ਤੋਂ ਪਰੇ ਹੈ, ਪਾਰ ਬ੍ਰਹਮ ਹੈ, ਪਰਮੇਸ਼ਰ ਹੈ, ਪਰਮ ਈਸ਼ਵਰ ਹੈ। ਨਾਨਕ ਗੁਰ ਮਿਲਿਆ ਸੋਈ ਜੀਓ, ਸਾਨੂੰ ਗੁਰੂ ਮਿਲਿਆ। ਮਹਾਰਾਜ ਤੁਸੀਂ ਕਦੋਂ ਉਸ ਨੂੰ ਗੁਰੂ ਧਾਰਨ ਕੀਤਾ? ਮਹਾਰਾਜ ਕਹਿੰਦੇ ਜਦੋਂ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਰਹਿੰਦੇ ਸਾਂ। ਜਦੋਂ ਅਸੀਂ ਸੁਲਤਾਨਪੁਰ ਲੋਧੀ ਸਨ, ਉਸ ਮੌਕੇ ਤੇ ਰੋਜ਼ ਵੇਈ ਨਦੀ ਦੇ ਵਿੱਚ ਇਸ਼ਨਾਨ ਕਰਿਆ ਕਰਦੇ ਸਨ। ਇਸ ਸਥਾਨ ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਾਲੇ ਸਥਾਨ ਤੇ ਇੱਥੇ ਮਹਾਰਾਜ ਸਾਹਿਬ ਜੀ ਵੇਈ ਦੇ ਵਿੱਚ ਇਸ਼ਨਾਨ ਕਰਿਆ ਕਰਦੇ ਰੋਜ਼ ਅੰਮ੍ਰਿਤ ਵੇਲੇ, ਮੋਦੀ ਖਾਨੇ ਵਿੱਚੋਂ ਆ ਕੇ। ਜਿੱਥੇ ਗੁਰਦੁਆਰਾ ਸ੍ਰੀ ਹੱਟ ਸਾਹਿਬ ਸੋਭਨੀਕ ਹੈ, ਉੱਥੋਂ ਮਹਾਰਾਜ ਸਾਹਿਬ ਜੀ ਨੇ ਰੋਜ਼ ਅੰਮ੍ਰਿਤ ਵੇਲੇ ਆਉਣਾ ਤੇ ਇੱਥੇ ਵੇਈ ਦੇ ਵਿੱਚ ਇਸ਼ਨਾਨ ਕਰਨਾ। ਸਿੱਧਾ ਨੂੰ ਦੱਸ ਰਹੇ ਮਹਾਰਾਜ ਕਹਿੰਦੇ ਜਿਸ ਵੇਲੇ ਅਸੀਂ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਨਿਵਾਸ ਕੀਤਾ ਸੀ ਨਾ, ਤੇ ਵੇਈ ਦੇ ਵਿੱਚ ਇਸ਼ਨਾਨ ਕਰਦੇ ਸਾਂ। ਫਿਰ ਇੱਕ ਦਿਨ ਵੇਈ ਵਿੱਚ ਪ੍ਰਵੇਸ਼ ਕਰਕੇ ਅਸੀਂ ਸੱਚਖੰਡ ਦਰਬਾਰ ਗਏ ਸਾਂ। ਮਹਾਰਾਜ ਸਾਹਿਬ ਜੀ 3 ਦਿਨ ਅਲੋਪ ਰਹੇ ਸੀ ਸਾਧ ਸੰਗਤ ਜੀ। ਵੇਈ ਵਿੱਚ ਅੰਮ੍ਰਿਤ ਵੇਲੇ ਮਹਾਰਾਜ ਸਾਹਿਬ ਜੀ ਆਪਣੇ ਸੇਵਕ ਨੂੰ ਵਸਤਰ ਫੜਾ ਕੇ ਤੇ ਉਸ ਦਿਨ ਹੀ ਹਰ ਰੋਜ਼ ਇਸ਼ਨਾਨ ਤੋਂ ਪਹਿਲਾਂ ਦਾਤਨ ਕਰਿਆ ਕਰਦੇ ਗਰੀਬ ਨਵਾਜ। ਉਸ ਦਿਨ ਬੇਰੀ ਦੀ ਦਾਤਨ ਲਿਆਂਦੀ ਹੈ ਸੇਵਕ ਨੇ। ਬੇਰੀ ਦੀ ਦਾਤਨ ਕਰਕੇ ਮਹਾਰਾਜ ਸਾਹਿਬ ਜੀ ਨੇ ਇੱਥੇ ਗੱਡੀ ਹੈ। ਇਹ ਉਹੀ ਬੇਰ ਸਾਹਿਬ ਆ, ਗੁਰੂ ਸਾਹਿਬ ਜੀ ਦੀ ਬੇਰੀ ਦੀ ਕਰਕੇ ਦਾਤਨ ਲਾਈ ਹੋਈ ਹੈ। ਇਤਿਹਾਸ ਵਿੱਚ ਪੰਕਤੀਆਂ ਲਿਖੀਆਂ ਉਸੇ ਦਿਨ ਦੀ ਇਹ ਘਟਨਾ, ਜਿਸ ਦਿਨ ਫਿਰ ਵੇਈ ਵਿੱਚ ਪ੍ਰਵੇਸ਼ ਕਰਕੇ ਮਹਾਰਾਜ ਅਲੋਪ ਹੋਏ। ਇਸ਼ਨਾਨ ਕਰਨ ਤੋਂ ਪਹਿਲਾਂ ਇਹ ਕੰਢੇ ਤੇ ਵਿਚਰਦੇ ਹੋਇਆ ਦਾਤਨ ਕਰਕੇ ਇੱਥੇ ਗੱਡੀ ਆ ਗੁਰੂ ਸਾਹਿਬ ਜੀ। ਭਾਈ ਸਾਹਿਬ ਜੀ ਇਤਿਹਾਸ ਵਿੱਚ ਕਥਨ ਕਰਦੇ ਹਨ, ਆਪਣ ਤੇ ਚੱਲ, ਆਪਣ ਕਹਿੰਦੇ ਹੱਟੀ ਨੂੰ, ਮੋਦੀ ਖਾਨੇ ਨੂੰ। ਆਪਣ ਤੇ ਚੱਲ ਨੀਰ ਕੇ ਤੀਰ ਪੈ, ਨੀਰ ਕਹਿੰਦੇ ਪਾਣੀ, ਤੀਰ ਕਹਿੰਦੇ ਕੰਢੇ ਨੂੰ। ਵੇਈ ਨਦੀ ਦੇ ਜਲ ਦੇ ਕੰਢੇ ਤੇ ਆਏ ਮਹਾਰਾਜ ਸਾਹਿਬ, ਵੇਈ ਨਦੀ ਦੇ ਕੰਢੇ ਤੇ ਆਏ ਮੋਦੀ ਖਾਨੇ ਤੋਂ ਚੱਲ ਕੇ ਅੰਮ੍ਰਿਤ ਵੇਲੇ। ਆਪਣ ਤੇ ਚੱਲ ਨੀਰ ਕੇ ਤੀਰ ਪੈ, ਦੰਤਨ ਧਾਵਨ ਆਣ ਕਰੀ। ਤੇ ਫਿਰ ਮਹਾਰਾਜ ਸਾਹਿਬ ਜੀ ਨੇ ਦਾਤਨ ਕੀਤੀ ਹੈ। ਗਾਡ ਦਈ ਧਾਰ ਹੋਤ ਭਇਓ ਤਾਰ। ਫਿਰ ਦਾਤਨ ਕਰਨ ਤੋਂ ਬਾਅਦ ਗਰੀਬ ਨਵਾਜ ਸਾਹਿਬ ਨੇ ਧਰਤੀ ਵਿੱਚ ਗੱਡ ਦਿੱਤੀ। ਉਹਦਾ ਬਣਿਆ ਦਰਖਤ, ਉਹ ਦਾਤਨ ਦਾ ਬੇਰੀ ਦੀ ਦਾਤਨ ਸੀ, ਤੇ ਫਿਰ ਉਹਦਾ ਇਹ ਬੇਰੀ ਦਾ ਦਰਖਤ ਸੋਭਨੀਕ ਹੋਇਆ। ਗਾਡ ਦਈ ਧਾਰ ਹੋਤ ਭਇਓ ਤਾਰ, ਹੈ ਅਬਲੋ ਬਾਰ ਸੋ ਬਦਰੀ। ਭਾਈ ਸੰਤੋਖ ਸਿੰਘ ਜੀ ਲਿਖਦੇ ਆ ਵੀ ਮਹਾਰਾਜ ਨੇ ਧਰਤੀ ਵਿੱਚ ਉਹ ਦਾਤਨ ਗੱਡ ਦਿੱਤੀ, ਉਹਦਾ ਦਰਖਤ ਬਣਿਆ। ਉਹ ਸ੍ਰੇਸ਼ਟ ਬੇਰੀ ਸਾਹਿਬ ਦਾ ਦਰਖਤ ਅੱਜ ਵੀ ਸੋਭਨੀਕ ਹੈ। ਜਦੋਂ ਉਹਨਾਂ ਨੇ ਦਰਸ਼ਨ ਕੀਤੇ ਸੀ, ਉਹਨਾਂ ਨੇ ਉਦੋਂ ਲਿਖਿਆ, ਅੱਜ ਤੋਂ ਸਦੀਆਂ ਪਹਿਲਾਂ ਭਾਈ ਸੰਤੋਖ ਸਿੰਘ ਜੀ ਨੇ। ਉਹ ਕਹਿੰਦੇ ਹਨ, ਗਾਡ ਦਈ ਧਾਰ ਹੋਤ ਭਇਓ ਤਾਰ, ਹੈ ਅਬਲੋ ਬਾਰ। ਕਹਿੰਦੇ ਹੁਣ ਤੀਕ ਹੈ ਸ੍ਰੇਸ਼ਟ ਬੇਰੀ ਸਾਹਿਬ ਦਾ ਦਰਖਤ। ਸੋ ਬਦਰੀ, ਬਦਰੀ ਕਹਿੰਦੇ ਬੇਰੀ ਨੂੰ। ਤੇ ਆਪਾਂ ਅੱਜ ਦਰਸ਼ਨ ਕਰ ਰਹੇ ਹਾਂ 2022 ਦੇ ਵਿੱਚ। ਔਰ ਇਹ 500 ਸਾਲ ਤੋਂ ਪਹਿਲਾਂ ਦੀ ਮਹਾਰਾਜ ਸਾਹਿਬ ਜੀ ਦੀ ਸਾਧ ਸੰਗਤ ਜੀ, ਇਹ ਦਾਤਨ ਕਰਕੇ ਗੱਡੀ ਹੋਈ ਬੇਰੀ ਸਾਹਿਬ 500 ਸਾਲ ਤੋਂ ਪਹਿਲਾਂ। ਤੇ ਅੱਜ ਆਪਾਂ ਈਸਵੀ ਸਨ 2022 ਚੱਲ ਰਿਹਾ ਹੈ, ਵਿਕਰਮੀ ਸੰਮਤ 2079 ਚੱਲ ਰਿਹਾ ਹੈ। ਤੇ ਅੱਜ ਵੀ ਉਸੇ ਤਰ੍ਹਾਂ ਜਿਉਂ ਦੀ ਤਿਉਂ ਹਰੀ ਭਰੀ ਬੇਰੀ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ। ਤੇ ਇਸ ਬੇਰੀ ਸਾਹਿਬ ਦੇ ਨਾਮ ਦੇ ਉੱਤੇ ਹੀ ਗੁਰੂ ਕੇ ਦਰਬਾਰ ਦਾ ਨਾਮ ਗੁਰੂ ਕੀਆਂ ਸੰਗਤਾਂ ਨੇ, ਗੁਰੂ ਕੇ ਖਾਲਸੇ ਪੰਥ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਰੱਖਿਆ।
ਔਰ ਇਸ ਬੇਰੀ ਸਾਹਿਬ ਦੇ ਸੰਬੰਧ ਦੇ ਵਿੱਚ, ਬੇਰ ਸਾਹਿਬ ਦੇ ਸੰਬੰਧ ਦੇ ਵਿੱਚ ਇੱਕ ਗੁਰਮੁਖ ਪਿਆਰੇ ਨੇ ਬੜੀਆਂ ਸੋਹਣੀਆਂ ਸਤਰਾਂ ਲਿਖੀਆਂ। ਉਹ ਭਾਵਨਾ ਦੇ ਨਾਲ ਲਿਖਦਾ ਹੈ, ਕਹਿੰਦਾ ਵੀ ਬੇਰੀ ਕਹਿੰਦੀ ਹੈ ਬੇਰੀ, ਵੈਸੇ ਦਰਖਤ ਬੋਲਦਾ ਨਹੀਂ, ਉਹ ਭਾਵਨਾ ਵਾਲੇ ਸਿੱਖ ਦੀ ਭਾਵਨਾ ਬੋਲਦੀ ਹੈ। ਪਰ ਦਰਖਤ ਸਾਧ ਸੰਗਤ ਜੀ ਜਿਵੇਂ ਆਪਾਂ ਬੋਲਦੇ ਇਸ ਤਰ੍ਹਾਂ ਨਹੀਂ ਬੋਲਦੇ, ਪਰ ਬੋਲਦੇ ਹਨ। ਹੁਣ ਇਹ ਬੇਰੀ ਸਾਹਿਬ, ਇਹਦੇ ਵਿੱਚ ਪ੍ਰਤੱਖ ਕਲਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬੋਲ ਰਹੀ ਹੈ। ਉਹ ਕਿਵੇਂ ਬੋਲ ਰਹੀ ਹੈ? ਉਹਨੂੰ ਵੇਖਣ ਦੀ, ਉਹਨੂੰ ਸੁਣਨ ਦੀ, ਉਹਨੂੰ ਸਮਝਣ ਦੀ ਭਾਵਨਾ ਚਾਹੀਦੀ ਹੈ। ਇਹ ਬੇਰੀ ਸਾਹਿਬ ਇਸ ਤਰ੍ਹਾਂ ਬੋਲ ਰਹੀ ਹੈ ਕਿਉਂਕਿ ਬੇਰੀ ਸਾਹਿਬ ਦੇ ਨਾਂ ਤੇ ਵੇਖੋ ਗੁਰੂ ਕੇ ਦਰਬਾਰ ਦਾ ਨਾਮ ਬੇਰ ਸਾਹਿਬ ਰੱਖਿਆ ਹੈ। ਇਹ ਬੋਲ ਹੀ ਰਹੀ ਹੈ ਨਾ ਕਲਾ ਪ੍ਰਤੱਖ। ਦਰਖਤ ਦੇ ਨਾਮ ਦੇ ਉੱਤੇ ਗੁਰੂ ਕੇ ਦਰਬਾਰ ਦਾ ਨਾਮ ਗੁਰੂ ਕੇ ਪੰਥ ਨੇ ਰੱਖਿਆ, ਇਹ ਪ੍ਰਤੱਖ ਕਲਾ ਬੋਲ ਰਹੀ ਹੈ। ਤਾਂ ਉਹ ਗੁਰਮੁਖ ਕਹਿੰਦਾ ਹੈ ਵੀ ਬੇਰੀ ਆਖਦੀ ਹੈ ਮੇਰੇ ਵਰਗੀਆਂ ਬੇਰੀਆਂ ਕਈ ਸੀ ਇੱਥੇ, ਕਈ ਤੇ ਉਮਰਾਂ ਭੋਗ ਕੇ ਪੂਰੀਆਂ ਹੋ ਗਈਆਂ, ਕਈਆਂ ਨੂੰ ਲੋਕਾਂ ਨੇ ਵੱਢ ਕੇ ਬਾਲਣ ਬਾਲ ਦਿੱਤਾ ਤੇ ਕਈਆਂ ਨੂੰ ਵੱਢ ਕੇ ਉਹਨਾਂ ਦੇ ਛਾਪੇ ਫਸਲਾਂ ਦੇ ਦੁਆਲੇ, ਖੇਤਾਂ ਦੇ ਦੁਆਲੇ ਵਾੜ ਕਰ ਲਈ, ਕਈਆਂ ਨੂੰ ਬੱਕਰੀਆਂ ਚਰ ਗਈਆਂ, ਉਹ ਖਤਮ ਹੋ ਗਈਆਂ। ਮੈਂ ਅੱਜ ਵੀ ਹਰੀ ਭਰੀਆਂ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਅੱਜ ਵੀ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਨਮਸਕਾਰ ਕਰਨ ਵਾਸਤੇ ਆਉਂਦੀਆਂ। ਉਹ ਮੈਨੂੰ ਵੀ ਵੇਖ ਕੇ ਜਾਂਦੀਆਂ, ਉਹ ਜਾਂਦੀਆਂ ਜਾਂਦੀਆਂ ਮੈਨੂੰ ਵੀ ਸੀਸ ਝੁਕਾ ਜਾਂਦੀਆਂ। ਉਹਨਾਂ ਦੇ ਅੰਦਰ ਭਾਵਨਾ ਹੈ ਵੀ ਇਹ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਸ਼ੋਅ ਪ੍ਰਾਪਤ ਹੋਈ ਹੈ ਇਸ ਨੂੰ। ਤਾਂ ਗੁਰਮੁਖ ਲਿਖਦਾ ਹੈ ਕਿ ਬੇਰੀ ਕਹਿੰਦੀ ਹੈ ਮੇਰੇ ਜਿਹੀਆਂ ਬੇਰੀਆਂ ਬਥੇਰੀਆਂ ਸੀ ਜਾਗੀ ਉੱਤੇ, ਲੱਭਦੇ ਨਿਸ਼ਾਨ ਨਹੀਂ ਦੂਰ ਨਾ ਨਜ਼ੀਕ ਹੈ, ਕੋਲੇ ਹੋ ਕੇ ਸੜ ਗਈਆਂ, ਬੁੱਢੀਆਂ ਹੋ ਮਰ ਗਈਆਂ, ਬੱਕਰੀਆਂ ਚਰ ਗਈਆਂ, ਬਚਨ ਇਹ ਠੀਕ ਹੈ। ਮੈਂ ਹਰੀ ਭਰੀ ਸਤਿਕਾਰਯੋਗ ਸੁਲਤਾਨਪੁਰ ਲੋਧੀ ਵਿੱਚ ਵਰਾ ਹੋਇਆ ਮੈਨੂੰ 500 ਤੋਂ ਵਧੇਕ ਹੈ। 550 ਸਾਲਾਂ ਮਨਾਇਆ ਗੁਰੂ ਕੇ ਪੰਥ ਨੇ ਪਿਛਲੇ ਸਮੇਂ। ਤੇ ਉਹ ਕਹਿੰਦੀ ਹੈ ਮੈਨੂੰ 500 ਸਾਲ ਤੋਂ ਵੱਧ ਸਮਾਂ ਹੋ ਗਿਆ, ਮੈਂ 500 ਸਾਲ ਤੋਂ ਵਡੇਰੀ ਉਮਰ ਵਾਲੀ ਹਾਂ। ਮੇਰੇ ਜਿਹੀਆਂ ਬੇਰੀਆਂ ਬਥੇਰੀਆਂ ਸੀ ਜਾਗੇ ਉੱਤੇ, ਲੱਭਦੇ ਨਿਸ਼ਾਨ ਨਹੀਂ ਦੂਰ ਨਾ ਨਜ਼ੀਕ ਹੈ, ਕੋਲੇ ਹੋ ਕੇ ਸੜ ਗਈਆਂ, ਬੁੱਢੀਆਂ ਹੋ ਮਰ ਗਈਆਂ, ਬੱਕਰੀਆਂ ਚਰ ਗਈਆਂ, ਬਚਨ ਇਹ ਠੀਕ ਹੈ। ਮੈਂ ਹਰੀ ਭਰੀ ਸਤਿਕਾਰਯੋਗ ਸੁਲਤਾਨਪੁਰ ਲੋਧੀ ਵਿੱਚ ਵਰਾ ਹੋਇਆ ਮੈਨੂੰ 500 ਤੋਂ ਵਧੇਕ ਹੈ। ਗੁਰੂ ਨਾਨਕ ਦੀ ਸੰਗਤ ਦਾ ਫਲ ਇਹ ਖਾਲਸਾ ਜੀ, ਦੇਵ ਦਾ ਉਗਾਹੀ ਪੱਤ ਪੱਤ ਮੇਰਾ ਠੀਕ ਹੈ। ਮੇਰਾ ਪੱਤਾ ਪੱਤਾ ਠੀਕ ਠਾਕ ਹੈ, ਹਰਿਆ ਭਰਿਆ ਹੈ, ਇੱਕ ਇੱਕ ਪੱਤਾ ਮੇਰਾ ਉਗਾਈ ਦਿੰਦਾ ਹੈ ਕਿ ਮੈਨੂੰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਸੰਗਤ ਪ੍ਰਾਪਤ ਹੋਈ ਹੈ, ਸਤਿਗੁਰਾਂ ਦੀ ਸ਼ੋਅ ਮੈਨੂੰ ਪ੍ਰਾਪਤ ਹੋ ਗਈ ਤੇ ਮੈਂ ਇੰਨੀ ਭਾਗਾਂ ਵਾਲੀ ਹੋ ਗਈ ਕਿ ਮੈਨੂੰ ਵੀ ਸੰਗਤਾਂ ਮਾਣ ਸਨਮਾਨ ਦਿੰਦੀਆਂ। ਮੇਰੇ ਨਾਂ ਤੇ ਗੁਰੂ ਕੇ ਦਰਬਾਰ ਦਾ ਨਾਮ ਗੁਰੂ ਕੀਆਂ ਸੰਗਤਾਂ ਨੇ ਰੱਖਿਆ। ਇਹ ਸਤਿਗੁਰਾਂ ਦੀ ਸ਼ੋਅ ਮੈਨੂੰ ਮਿਲ ਗਈ। ਵੇਖੋ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀਆਂ ਬਰਕਤਾਂ, ਜਿੱਥੇ ਮਹਾਰਾਜ ਚਰਨ ਰੱਖ ਦੇਣ ਉਹ ਥਾਂ ਪੂਜਣ ਵਾਲੀ ਬਣ ਜਾਂਦੀ ਹੈ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਉਹ ਪੂਜਾ ਦਾ ਆਸਣ ਥਾਪਿਆ ਜਾਂਦਾ ਹੈ। ਕੌੜੇ ਰੀਠੇ ਤੇ ਦ੍ਰਿਸ਼ਟੀ ਪਾ ਦੇਣ, ਸਦੀਆਂ ਤੀਕ ਅੱਜ ਤੀਕ ਮਿੱਠੇ ਫਲ ਦਿੰਦਾ ਹੈ। ਪੱਥਰ ਨੂੰ ਛੋਹ ਦੇ ਦੇਣ ਤੇ ਪੱਥਰ ਪੰਜਾ ਸਾਹਿਬ ਬਣ ਜਾਂਦਾ ਹੈ। ਤੇ ਮਹਾਰਾਜ ਸਾਹਿਬ ਜੀ ਆਪਣੇ ਚਰਨਾਂ ਦੀ ਛੋਹ ਦੇ ਨਾਲ ਜਲ ਪ੍ਰਗਟ ਕਰ ਦੇਣ ਤੇ ਸ੍ਰੀ ਨਾਨਕ ਝੀਰਾ ਸਾਹਿਬ ਬਣ ਜਾਂਦਾ ਹੈ। ਤਾਂ ਹੀ ਕਿਸੇ ਗੁਰਮੁਖ ਨੇ ਮਹਾਰਾਜ ਸਾਹਿਬ ਜੀ ਦੀ ਮਹਿਮਾ ਵਿੱਚ ਲਿਖਿਆ ਹੈ, ਉਹ ਕਹਿੰਦਾ ਹੈ ਸਿਆਲਕੋਟ ਦੇ ਵਿੱਚ ਵੀ ਬੇਰੀਆਂ ਹਨ ਜਿਹਨੂੰ ਬਾਬੇ ਕੀ ਬੇਰ ਕਿਹਾ ਜਾਂਦਾ, ਜਿਨ੍ਹਾਂ ਬੇਰੀਆਂ ਹੇਠਾਂ ਬੈਠ ਕੇ ਮਹਾਰਾਜ ਨੇ ਕੀਰਤਨ ਕੀਤਾ।
ਕਈ ਇਤਿਹਾਸਕ ਦਰਖਤ ਹਨ ਜਿਨ੍ਹਾਂ ਦਾ ਸੰਬੰਧ ਗੁਰੂ ਸਾਹਿਬ ਜੀ ਦੇ ਨਾਲ ਹੈ, ਇੱਕ ਨਹੀਂ ਕਈ ਹਨ। ਤਾਂ ਗੁਰਮੁਖ ਲਿਖਦਾ ਹੈ, ਬੇਰੀ ਹੇਠ ਬੈਠੇ ਗੁਰੂ ਬੇਰੀ ਪੀ ਨਿਹਾਲ ਹੋਏ, ਰੀਠੇ ਵੱਲ ਡਿੱਠਾ ਰੀਠਾ ਮਿੱਠਾ ਹੋਏ ਜਾਵਦਾ। ਅੱਕਾਂ ਦੀਆਂ ਖੱਖੜੀਆਂ ਵੇਖ ਕੇ ਨਿਹਾਲ ਹੋਈਆਂ, ਅੰਬ ਤੇ ਅਨਾਰ ਨੂੰ ਮਰਦਾਨਾ ਤੋੜ ਖਾਵਦਾ। ਕਿਕਰਾਂ ਤੋਂ ਮਠਿਆਈਆਂ ਚੜਵਾਈਆਂ ਮੇਰੇ ਸਤਿਗੁਰਾਂ, ਖਾਰਾ ਜਲ ਚਰਨ ਛੋਏ ਮਿੱਠਾ ਹੋਏ ਜਾਵਦਾ। ਪਸ਼ੂ ਪੰਛੀ ਰਾਖਸ਼ ਵੀ ਤਾਰੇ ਮੇਰੇ ਸਤਿਗੁਰਾਂ, ਖਾਰਾ ਜਲ ਚਰਨ ਛੋਏ ਮਿੱਠਾ ਹੋਏ ਜਾਵਦਾ। ਪਸ਼ੂ ਪੰਛੀ ਰਾਖਸ਼ ਵੀ ਤਾਰੇ ਮੇਰੇ ਸਤਿਗੁਰਾਂ, ਬੰਦਾ ਕਿਉਂ ਨਾ ਤਰੇ ਜਿਹੜਾ ਗੁਰੂ ਸ਼ਰਨ ਆਵਦਾ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਪਸ਼ੂ ਵੀ ਤਾਰ ਦਿੱਤੇ, ਪੰਛੀ ਤਾਰ ਦਿੱਤੇ, ਰਾਖਸ਼ ਤਾਰ ਦਿੱਤੇ, ਕੌਡੇ ਰਾਖਸ਼ ਦੀ ਕਲਿਆਣ ਕਰ ਦਿੱਤੀ, ਇੱਕ ਨਹੀਂ ਕਈਆਂ ਨੂੰ ਤਾਰਿਆ। ਤੇ ਬੰਦਾ ਕਿਉਂ ਨਾ ਤਰੇ ਜਿਹੜਾ ਗੁਰੂ ਕੀ ਸ਼ਰਨ ਵਿੱਚ ਆਉਂਦਾ। ਸ਼ਰਧਾ ਗੁਰੂ ਕੇ ਚਰਨਾਂ ਤੇ ਰੱਖੇ, ਗੁਰੂ ਕੇ ਸ਼ਬਦ ਤੇ ਰੱਖੇ, ਸ਼ਰਧਾ ਭਾਵਨਾ ਨਾਲ ਗੁਰੂ ਕੇ ਚਰਨਾਂ ਵਿੱਚ ਆਵੇ ਤੇ ਬੰਦਾ ਕਿਉਂ ਨਾ ਤਰੇਗਾ। ਸਤਿਗੁਰ ਸਦਾ ਦਇਆਲ ਹੈ, ਭਾਈ ਬਿਨ ਭਾਗਾਂ ਕਿਆ ਪਾਈਐ। ਏਕ ਨਦਰ ਕਰ ਵੇਖੈ ਸਭ ਉਪਰ, ਜੇਹਾ ਭਾਓ ਤੇਹਾ ਫਲ ਪਾਈਏ। ਜਿਹੋ ਜੀ ਭਾਵਨਾ ਫਲ ਹੋ ਜਿਹਾ ਮਿਲਦਾ, ਜਿਹੋ ਜੀ ਸ਼ਰਧਾ। ਤੋ ਗਰੀਬ ਨਵਾਜ ਸਾਹਿਬ ਜੀ ਨੇ ਇਹ ਵੇਈ ਨਦੀ ਦੇ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਇਹ ਦਾਤਨ ਕਰਕੇ ਬੇਰੀ ਲਾਈ ਹੈ ਤੇ ਇਹ ਬੇਰ ਸਾਹਿਬ ਸਾਧ ਸੰਗਤ ਜੀ ਸੋਭਣੀਕ ਹੋਇਆ। ਗੁਰੂ ਕਾ ਪਵਿੱਤਰ ਇਹ ਬੇਰ ਸਾਹਿਬ ਮਹਾਰਾਜ 3 ਦਿਨ ਅਲੋਪ ਰਹੇ। 3 ਦਿਨਾਂ ਤੋਂ ਬਾਅਦ ਪ੍ਰਗਟ ਹੋਏ। ਸੰਗਤ ਨੇ ਪੁੱਛਿਆ ਕਿ ਮਹਾਰਾਜ ਸਾਹਿਬ ਆਪ ਜੀ ਕਿੱਥੇ ਗਏ ਸੀ? ਇੱਥੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਬੜਾ ਰੌਲਾ ਮਚ ਗਿਆ ਸੀ। ਕਈਆਂ ਨੇ ਬੇਬੇ ਨਾਨਕੀ ਜੀ ਨੂੰ ਜਾ ਕੇ ਕਿਹਾ ਸੀ ਕਿ ਤੁਹਾਡਾ ਵੀਰ ਡੁੱਬ ਗਿਆ ਵੇਈ ਦੇ ਵਿੱਚ। ਉਹਨੇ ਆਖਿਆ, ਨਾ ਭੈਣੋ, ਇਸ ਤਰ੍ਹਾਂ ਨਾ ਕਹੋ। ਜੋ ਡੁੱਬਿਆਂ ਨੂੰ ਤਾਰਨ ਆਇਆ ਉਹ ਨਹੀਂ ਡੁੱਬ ਸਕਦਾ, ਉਹ ਤਾਂ ਡੁੱਬਿਆਂ ਨੂੰ ਤਾਰਨ ਆਇਆ। ਕਈਆਂ ਨੇ ਦੌਲਤ ਖਾਂ ਲੋਧੀ ਨੂੰ ਜਾ ਕੇ ਆਖਿਆ ਵੀ ਤੇਰਾ ਮੋਦੀ ਖਾਨਾ ਛੱਡ ਕੇ ਕਿਸੇ ਪਾਸੇ ਚਲੇ ਗਿਆ। ਕਈਆਂ ਨੇ ਆਖਿਆ ਉਹ ਵੇਈ ਦੇ ਵਿੱਚ ਜਾਲ ਵੀ ਪਵਾਏ ਦੌਲਤ ਖਾਂ ਨੇ। 3 ਦਿਨ ਲੱਭਦੇ ਰਹੇ। 3 ਦਿਨਾਂ ਤੋਂ ਬਾਅਦ ਮਹਾਰਾਜ ਸਾਹਿਬ ਜੀ ਉੱਥੋਂ ਪ੍ਰਗਟ ਹੋਏ ਜਿਹੜੇ ਪਾਸਿਓਂ ਜਾਲ ਆਉਂਦਾ ਸੀ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਸੋਭਨੀਕ ਹੈ। ਨਗਰ ਨਿਵਾਸੀਆਂ ਦਾ ਇਕੱਠ ਹੋਇਆ, ਸੰਗਤਾਂ ਸ਼ਰਧਾਲੂ ਵੀ ਜਾ ਕੇ ਮਿਲੇ। ਬੇਨਤੀ ਕੀਤੀ, ਮਹਾਰਾਜ 3 ਦਿਨ ਕਿੱਥੇ ਰਹੇ ਸੀ? ਅਸੀਂ ਤਾਂ ਲੱਭਦੇ ਰਹੇ ਹਾਂ, ਸਾਰੇ ਨਗਰੀ ਦੇ ਵਿੱਚ ਰੌਲਾ ਮੱਚਿਆ ਰਿਹਾ। ਮਹਾਰਾਜ ਕਹਿੰਦੇ ਅਸੀਂ ਸੱਚਖੰਡ ਦਰਬਾਰ ਗਏ, ਅਸੀਂ ਸੱਚਖੰਡ ਗਏ ਸਾਂ, ਨਿਰੰਕਾਰ ਦੇ ਦੇਸ਼ ਗਏ ਸਾਂ, ਮੂਲ ਮੰਤਰ ਲੈ ਕੇ ਆਏ ਹਾਂ। ਫਿਰ ਮਹਾਰਾਜ ਸਾਹਿਬ ਜੀ ਨੇ ਸ੍ਰੀ ਸੰਤ ਘਾਟ ਸਾਹਿਬ ਵਾਲੇ ਅਸਥਾਨ ਤੇ ਮੂਲ ਮੰਤਰ ਉਚਾਰਨ ਕੀਤਾ। ਸਾਧ ਸੰਗਤ ਤਾਂ ਸਿੱਧਾਂ ਨੂੰ ਮਹਾਰਾਜ ਸਾਹਿਬ ਜੀ ਦੱਸ ਰਹੇ ਆ, ਸਤਿਗੁਰ ਕੈ ਜਨਮੇ ਗਮਨ ਮਿਟਾਇਆ। ਹੇ ਸਿੱਧੋ, ਜਦੋਂ ਅਸੀਂ ਸਤਿਗੁਰੂ ਜੀ ਦੇ ਘਰ ਦੇ ਵਿੱਚ ਜਨਮ ਲਿਆ ਨਾ, ਜਦੋਂ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਆਪਣਾ ਗੁਰੂ ਧਾਰਨ ਕੀਤਾ ਹੈ, ਉਹਨਾਂ ਨੇ ਸਾਨੂੰ ਗੁਰਮੰਤਰ ਦਿੱਤਾ ਹੈ, ਮੂਲ ਮੰਤਰ ਦਿੱਤਾ ਹੈ। ਤੇ ਸਾਡੇ ਗੁਰੂ ਅਕਾਲ ਪੁਰਖ ਵਾਹਿਗੁਰੂ ਹਨ। ਅਕਾਲ ਪੁਰਖ ਵਾਹਿਗੁਰੂ ਨੂੰ ਹੀ ਮਹਾਰਾਜ ਸਾਹਿਬ ਜੀ ਸ਼ਬਦ ਕਹਿੰਦੇ ਆ। ਸਾਧ ਸੰਗਤ ਜੀ ਜੋ ਕਹਿੰਦੇ ਆ ਨਾ, ਸਿੱਧਾਂ ਨੇ ਅੱਗੇ ਜਾ ਕੇ ਬਚਨ ਆਉਣਾ, ਉਹਨਾਂ ਕਹਿਣਾ ਤੁਹਾਡਾ ਗੁਰੂ ਕੌਣ ਹੈ? ਤੇ ਮਹਾਰਾਜ ਸਾਹਿਬ ਜੀ ਨੇ ਉੱਥੇ ਫਰਮਾਉਣਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਸਾਡਾ ਗੁਰੂ ਸ਼ਬਦ ਹੈ। ਸ਼ਬਦ ਤੋਂ ਭਾਵ ਹੈ ਅਕਾਲ ਪੁਰਖ ਵਾਹਿਗੁਰੂ ਹੀ, ਕਿਉਂਕਿ ਸ਼ਬਦ ਬਾਣੀ ਤੇ ਨਿਰੰਕਾਰ ਵੱਖਰੇ ਵੱਖਰੇ ਨਹੀਂ। ਨਿਰੰਕਾਰ ਹੀ ਬਾਣੀ ਹੈ ਤੇ ਬਾਣੀ ਹੀ ਨਿਰੰਕਾਰ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇ ਵੱਡੇ ਅਵਰ ਨਾ ਕੋਏ। ਵਾਹੋ ਵਾਹੋ ਅਗਮ ਅਥਾਹੋ ਹੈ, ਵਾਹੋ ਵਾਹੋ ਸੱਚਾ ਸੋਏ। ਤਾਂ ਮਹਾਰਾਜ ਕਹਿੰਦੇ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਘਰ ਦੇ ਵਿੱਚ ਸਾਡਾ ਜਨਮ ਹੋਇਆ ਨਾ, ਉਸ ਮੌਕੇ ਤੇ ਫਿਰ ਇਹ ਜੰਮਣਾ ਮਰਨਾ, ਆਵਾ ਗਾਉਣ, ਜਨਮ ਲੈ ਕੇ ਆਉਣਾ ਤੇ ਗਮਨ ਜੋ ਮਰ ਕੇ ਜਾਣਾ ਹੈ, ਇਹ ਆਵਾ ਗਾਉਣ ਮਿਟਾਇਆ, ਮੇਟ ਦਿੱਤਾ। ਸਾਡਾ ਜੰਮਣਾ ਮਰਨਾ ਮਿਟ ਗਿਆ ਜਦੋਂ ਦਾ ਵਾਹਿਗੁਰੂ ਪਰਮੇਸ਼ਰ ਦੇ ਘਰ ਦੇ ਵਿੱਚ ਜਨਮ ਹੋਇਆ। ਇਹ ਨਿਮਰਤਾ ਹੈ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ।
ਉਹ ਸਿਧਾਂਤ ਸਾਨੂੰ ਸੰਸਾਰ ਦੇ ਜੀਵਾਂ ਨੂੰ ਦੱਸ ਰਹੇ ਆ, ਸਿੱਧਾਂ ਨੂੰ ਦੱਸ ਰਹੇ ਆ, ਸਾਨੂੰ ਦੱਸ ਰਹੇ ਆ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਆਪ ਤਾਂ ਮਹਾਰਾਜ ਸਾਹਿਬ ਜੀ ਉਹ ਨਿਰਗੁਣ ਦਾ ਸਰਗੁਣ ਸਰੂਪ ਹੀ ਹਾਂ। ਆਪ ਸਰਗੁਣ ਸਰੂਪ ਅਤੇ ਆਪ ਜੀ ਦਾ ਗੁਰੂ ਕੌਣ ਹੈ? ਆਪ ਜੋ ਨਿਰਗੁਣ ਸਰੂਪ ਹੈ ਆਪ ਜੀ ਦਾ ਗੁਰੂ ਹੈ। ਆਪ ਤਾਂ ਆਪ ਹੀ ਅਕਾਲ ਪੁਰਖ ਵਾਹਿਗੁਰੂ ਤੇ ਆਪ ਹੀ ਸਤਿਗੁਰੂ ਰੂਪ ਹਨ। ਸਾਧ ਸੰਗਤ ਜੀ, ਨਿਰਗੁਣ ਆਪ, ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਪਰ ਮਹਾਰਾਜ ਦਾਸਾ ਭਾਵ ਧਾਰ ਕੇ ਨਿਮਰਤਾ ਪੂਰਵਕ ਇਹ ਸਿਧਾਂਤ ਕਥਨ ਕਰ ਰਹੇ ਆ ਕਿ ਸਿਧਾਂਤ ਇਹ ਆ ਵੀ ਉਹਦਾ ਜੰਮਣਾ ਮਰਨਾ ਮਿਟੇਗਾ ਜਿਹੜਾ ਸਤਿਗੁਰੂ ਜੀ ਦੇ ਘਰ ਵਿੱਚ ਜਨਮ ਲਵੇਗਾ। ਸਤਿਗੁਰਾਂ ਦੇ ਘਰ ਵਿੱਚ ਜਨਮ ਉਸ ਮੌਕੇ ਤੇ ਹੁੰਦਾ ਵਾ ਜਦੋਂ ਸਤਿਗੁਰੂ ਜੀ ਦੀ ਸਿੱਖੀ ਜੀ ਪ੍ਰਾਪਤ ਕਰਦਾ। ਦੂਜਾ ਜਨਮ ਹੁੰਦਾ, ਇੱਕ ਤਾਂ ਜਨਮ ਮਾਤਾ ਪਿਤਾ ਦੇ ਸੰਬੰਧ ਤੋਂ ਆ, ਦੂਜਾ ਜਨਮ ਉਸ ਮੌਕੇ ਹੁੰਦਾ ਜਦੋਂ ਜੀਵ ਧਰਮ ਦਾ ਧਾਰਨੀ ਹੁੰਦਾ। ਜਦੋਂ ਗੁਰੂ ਘਰ ਦੇ ਵਿੱਚ, ਜਿਵੇਂ ਹੁਣ ਮਹਾਰਾਜ ਨੇ ਅੰਮ੍ਰਿਤ ਦੀ ਮਰਿਆਦਾ ਕਾਇਮ ਕੀਤੀ ਹੈ, ਜਦੋਂ ਕੋਈ ਖੰਡੇ ਬਾਟੇ ਦਾ ਅੰਮ੍ਰਿਤ ਛਕਦਾ ਹੈ ਪੰਜਾਂ ਪਿਆਰਿਆਂ ਦੇ ਕੋਲੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ, ਉਸ ਮੌਕੇ ਤੇ ਪੰਜ ਪਿਆਰੇ ਸਾਹਿਬਾਨ ਕਹਿੰਦੇ ਭਾਈ ਹੁਣ ਤੇਰਾ ਸਤਿਗੁਰੂ ਦੇ ਘਰ ਵਿੱਚ ਜਨਮ ਹੋ ਗਿਆ, ਹੁਣ ਤੇਰਾ ਆਵਾਗਾਉਣ ਅੱਜ ਤੋਂ ਮੁੱਕ ਜਾਵੇਗਾ। ਪਰ ਤਾਂ ਮੁੱਕੇਗਾ ਨਾਲ ਕਹਿੰਦੇ ਆ ਜੇ ਤੂੰ ਭਾਈ ਇਹ ਗੁਰੂ ਸਾਹਿਬ ਜੀ ਦੀ ਅੱਜ ਦੀ ਜਿਹੜੀ ਦੱਸੀ ਹੋਈ ਮਰਿਆਦਾ ਨੂੰ ਧਾਰਨ ਕਰਕੇ ਆਪਣੇ ਸਾਰੇ ਜੀਵਨ ਵਿੱਚ ਰੱਖੇਗਾ ਅਖੀਰਲੀ ਸਵਾਸ ਤੱਕ। ਅੱਜ ਤੈਨੂੰ ਪੰਜ ਕਕਾਰ ਦਿੱਤੇ ਗਏ ਆ, ਅੱਜ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਗਿਆ, ਅੱਜ ਪੰਜਾਂ ਕਕਾਰਾਂ ਦੀ ਰਹਿਤ ਦੱਸੀ ਗਈ ਹੈ, ਅੱਜ ਕੁਰੈਤਾਂ ਦਾ ਤਿਆਗ ਕਰਨਾ ਦੱਸਿਆ ਗਿਆ, ਅੱਜ ਤੈਨੂੰ ਮੂਲ ਮੰਤਰ ਤੇ ਗੁਰ ਮੰਤਰ ਦ੍ਰਿੜ ਕਰਾਇਆ ਗਿਆ। ਤੂੰ ਆਪਣੇ ਜੀਵਨ ਦੇ ਵਿੱਚ ਮੂਲ ਮੰਤਰ ਨੂੰ ਰੋਜ਼ ਜਪਣਾ, ਗੁਰ ਮੰਤਰ ਨੂੰ ਰੋਜ਼ ਜਪਣਾ, ਪੰਜ ਬਾਣੀਆਂ ਦਾ ਨਿਤਨੇਮ ਰੋਜ਼ ਕਰਨਾ, ਸ਼ਾਮੀ ਰਹਿਰਾਸ ਸਾਹਿਬ ਦਾ ਪਾਠ ਰੋਜ਼ ਕਰਨਾ, ਰਾਤੀ ਕੀਰਤਨ ਸੋਹਿਲਾ ਪੜ੍ਹ ਕੇ ਸੌਣਾ। ਹੋਰ ਗੁਰੂ ਕੀ ਬੇਅੰਤ ਬਾਣੀ ਹੈ, ਸਮੇਂ ਸਮੇਂ ਨਾਲ ਬਾਕੀ ਬਾਣੀਆਂ ਦਾ ਵੀ ਜਾਪ ਕਰਦੇ ਰਹਿਣਾ ਤੇ ਇਹ ਨਿਯਮ ਦੇ ਧਾਰਨੀ ਹੋ ਕੇ ਰਹਿਣਾ। ਤੇ ਫਿਰ ਭਾਈ ਤੇਰਾ ਜਨਮ ਮਰਨ ਕੱਟਿਆ ਗਿਆ, ਫਿਰ ਤੂੰ ਜੰਮੇ ਮਰੇਗਾ ਨਹੀਂ, ਕਿਉਂਕਿ ਤੇਰਾ ਅੱਜ ਗੁਰੂ ਘਰ ਦੇ ਵਿੱਚ ਜਨਮ ਹੋਇਆ। ਸਤਿਗੁਰ ਕੈ ਜਨਮੇ ਗਮਨ ਮਿਟਾਇਆ। ਸਤਿਗੁਰੂ ਦੇ ਘਰ ਵਿੱਚ ਜਨਮ ਹੋਣ ਕਰਕੇ ਆਵਾਗਾਉਣ ਅੱਜ ਤੋਂ ਤੇਰਾ ਮਿਟਿਆ ਗਿਆ। ਇਹ ਪੰਜ ਪਿਆਰੇ ਸਾਹਿਬਾਨ ਸਾਧ ਸੰਗਤ ਜੀ ਉਸ ਵੇਲੇ ਸਿੱਖਿਆ ਦਿੰਦੇ। ਇਹ ਦੂਸਰਾ ਜਨਮ ਹੁੰਦਾ ਹੈ ਤਾਂ ਮਹਾਰਾਜ ਸਾਹਿਬ ਜੀ ਸਿੱਧਾਂ ਨੂੰ ਕਹਿ ਰਹੇ ਕਿ ਸਿੱਧੋ, ਉਹਨਾਂ ਨੇ ਆਖਿਆ ਸੀ ਕਿਤਬਿਦ ਪੁਰਖਾ ਜਨਮ ਵਟਾਇਆ, ਤੁਸੀਂ ਆਪਣੇ ਜਨਮ ਨੂੰ ਕਿਵੇਂ ਵਟਾਇਆ? ਇਹ ਵਟਾਇਆ ਤੋਂ ਭਾਵ ਪਹਿਲਾ ਤੇ ਇਹ ਹੀ ਹੈ ਵੀ ਤੁਸੀਂ ਇਹ ਜੰਮਣਾ ਮਰਨਾ ਕਿਵੇਂ ਖਤਮ ਕੀਤਾ। ਤੇ ਮਹਾਰਾਜ ਸਾਹਿਬ ਕਹਿੰਦੇ ਵੀ ਜਦੋਂ ਸਾਡਾ ਜਨਮ ਸਤਿਗੁਰੂ ਦੇ ਘਰ ਵਿੱਚ ਹੋਇਆ ਨਾ, ਅਕਾਲ ਪੁਰਖ ਵਾਹਿਗੁਰੂ ਦੇ ਘਰ ਵਿੱਚ, ਇਸ ਕਰਕੇ ਸਾਡਾ ਇਹ ਜੰਮਣਾ ਮਰਨਾ ਜਿਹੜਾ ਆਵਾਗਾਉਣ ਹੈ ਇਹ ਮਿਟ ਗਿਆ ਹੈ। ਇਹ ਜਨਮ ਨੂੰ ਅਸੀਂ ਵਟਾ ਦਿੱਤਾ, ਭਾਵ ਹੁਣ ਅਸੀਂ ਜਨਮਾਂ ਦੇ ਵਿੱਚ ਨਹੀਂ ਆਵਾਂਗੇ। ਇਹ ਨਿਮਰਤਾ ਪੂਰਵਕ ਮਹਾਰਾਜ ਸਾਹਿਬ ਕਹਿ ਰਹੇ। ਦੂਸਰਾ ਵਟਾਇਆ ਤੋਂ ਭਾਵ ਹੈ ਵੀ ਤਬਦੀਲੀ ਆ ਜਾਂਦੀ ਜੀਵਨ ਦੇ ਵਿੱਚ। ਸਾਧ ਸੰਗਤ ਜੀ, ਜਦੋਂ ਗੁਰੂ ਘਰ ਦੇ ਵਿੱਚ ਜਨਮ ਹੁੰਦਾ ਹੈ ਉਸ ਵੇਲੇ ਜੀਵਨ ਦੇ ਵਿੱਚ ਤਬਦੀਲੀ ਆਉਂਦੀ ਹੈ। ਜਿੰਨਾ ਚਿਰ ਗੁਰੂ ਕੀ ਸਿੱਖੀ ਨਹੀਂ ਧਾਰਨ ਕੀਤੀ ਉਹਨਾਂ ਚਿਰ ਖਾਣਾ ਵੀ ਹੋਰ ਤਰ੍ਹਾਂ ਦਾ, ਪੀਣਾ ਵੀ ਹੋਰ ਤਰ੍ਹਾਂ ਦਾ, ਵੇਖਣਾ ਵੀ ਹੋਰ ਤਰ੍ਹਾਂ ਦਾ, ਸੁਣਨਾ ਵੀ ਹੋਰ ਤਰ੍ਹਾਂ ਦਾ, ਸੰਗਤ ਵੀ ਹੋਰ ਤਰ੍ਹਾਂ ਦੀ ਕਰਦਾ ਹੈ, ਕੁਸੰਗਤ ਕਰਦਾ, ਤੁਰਨਾ ਫਿਰਨਾ ਕਰਨਾ ਸਭ ਕੁਝ ਸਾਰੇ ਕਰਮ ਹੀ ਹੋਰ ਤਰ੍ਹਾਂ ਦੇ ਕਰਦਾ, ਪੁੱਠੇ ਜੇ ਸਾਰੇ ਕਰਮ ਕਰਦਾ, ਕੁਕਰਮ ਕਰਦਾ, ਬੇਮਰਿਆਦਾ ਚੱਲਦਾ। ਪਰ ਜਿਸ ਵੇਲੇ ਗੁਰੂ ਘਰ ਵਿੱਚ ਜਨਮ ਹੋ ਗਿਆ ਫਿਰ ਵੇਖਣਾ ਵੀ ਤਬਦੀਲ ਹੋ ਗਿਆ। ਵੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ, ਐਸੀ ਦ੍ਰਿਸ਼ਟੀ ਆ ਗਈ। ਪਰਤਰੇ ਰੂਪ ਨਾ ਵੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ। ਜਿੰਨਾ ਚਿਰ ਗੁਰੂ ਘਰ ਵਿੱਚ ਜਨਮ ਨਹੀਂ ਸੀ ਹੋਇਆ ਉਹਨਾਂ ਚਿਰ ਝੂਠ ਬੋਲਦਾ ਸੀ, ਨਿੰਦਿਆ ਕਰਦਾ ਸੀ, ਚੁਗਲੀਆਂ ਕਰਦਾ ਸੀ, ਈਰਖਾ ਕਰਦਾ ਸੀ, ਨਫ਼ਰਤ ਕਰਦਾ ਸੀ, ਝੂਠ ਨਿੰਦਿਆ ਚੁਗਲੀ ਸੁਣਨ ਵਿੱਚ ਹੀ ਪ੍ਰਸੰਨ ਰਹਿੰਦਾ ਸੀ। ਪਰ ਜਦੋਂ ਗੁਰੂ ਘਰ ਵਿੱਚ ਜਨਮ ਹੋਇਆ ਤੇ ਫਿਰ ਸਿੱਖ ਦਾ ਜੀਵਨ ਹੀ ਤਬਦੀਲ ਹੋ ਗਿਆ। ਫਿਰ ਪਰਤਰਿਆ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ। ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕਉ ਮੰਦਾ।
ਕੰਨਾਂ ਦੇ ਨਾਲ ਕਿਸੇ ਦੀ ਨਿੰਦਿਆ ਸੁਣਦਾ ਹੀ ਨਹੀਂ, ਕਿਉਂਕਿ ਹੁਣ ਗੁਰੂ ਘਰ ਵਿੱਚ ਜਨਮ ਹੋਇਆ, ਹੁਣ ਇਹਨੂੰ ਉਹ ਅਕਲ ਪ੍ਰਾਪਤ ਹੋਈ, ਇਹ ਆਪਣੇ ਅੰਤਰਮੁਖ ਬਿਰਤੀ ਕਰਕੇ ਆਪਣੇ ਆਪ ਨੂੰ ਵੇਖਦਾ। ਤੇ ਗੁਰੂ ਕੀ ਬਾਣੀ ਪੜ੍ਹ ਕੇ ਇਹ ਗੱਲ ਕਹਿੰਦਾ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਕੰਨਾਂ ਨਾਲ ਆਪਣੀ, ਜਿਸ ਵੇਲੇ ਕਿਸੇ ਦੀ ਕੋਈ ਨਿੰਦਾ ਕਰਦਾ ਹੈ ਤੇ ਆਪਣੇ ਕੰਨਾਂ ਨਾਲ ਨਹੀਂ ਸੁਣਦਾ। ਕਰਨ ਨਾ ਸੁਣੇ ਕਾਹੂ ਕੀ ਨਿੰਦਾ, ਕਿਉਂ ਨਹੀਂ ਸੁਣਦਾ? ਸਭ ਤੇ ਜਾਣੇ ਆਪਸ ਕਿਉਂ ਮੰਦਾ, ਕਿਉਂਕਿ ਹੁਣ ਜਾਣਨ ਲੱਗ ਪਿਆ ਮੈਂ ਸਾਰਿਆਂ ਤੋਂ ਮੰਦਾ, ਮੇਰੇ ਤਾਂ ਆਪਣੇ ਵਿੱਚ ਬੜੇ ਔਗਣ ਹਨ, ਮੈਂ ਦੂਜੇ ਦੀ ਨਿੰਦਿਆ ਕਿਉਂ ਸੁਣਾ। ਤੋ ਇਸ ਪ੍ਰਕਾਰ ਦੇ ਨਾਲ ਜਦੋਂ ਗੁਰੂ ਘਰ ਦੇ ਵਿੱਚ ਜਨਮ ਹੁੰਦਾ ਹੈ ਤੇ ਸਾਰਾ ਕੁਝ ਹੀ ਤਬਦੀਲ ਹੋ ਜਾਂਦਾ ਹੈ, ਬਦਲ ਜਾਂਦਾ ਹੈ, ਕਿਉਂਕਿ ਜਨਮ ਜੋ ਦੂਸਰਾ ਹੋ ਗਿਆ, ਧਰਮ ਦਾ ਧਾਰਨੀ ਹੋ ਗਿਆ। ਤਾਂ ਮਹਾਰਾਜ ਸਾਹਿਬ ਕਹਿੰਦੇ ਹਨ ਕਿ ਸਿੱਧੋ, ਇਹ ਸਤਿਗੁਰੂ ਜੀ ਦੇ ਘਰ ਵਿੱਚ ਜਿਸ ਵੇਲੇ ਜਨਮ ਹੋਇਆ ਨਾ, ਤੇ ਫਿਰ ਇਹ ਜੀਵਨ ਦੇ ਵਿੱਚ ਵਟਾਇਆ ਗਿਆ ਹੈ ਜੀਵਨ, ਜਨਮ। ਇਹ ਬਦਲਾਅ ਜਨਮ ਦੇ ਵਿੱਚ ਤਾਂ ਆਉਂਦਾ ਹੈ ਜੀਵ ਦੇ, ਜਦੋਂ ਇਹ ਸਤਿਗੁਰੂ ਦੇ ਘਰ ਦੇ ਵਿੱਚ ਜਨਮ ਲੈਂਦਾ ਹੈ, ਗੁਰੂ ਕੀ ਸਿੱਖੀ ਧਾਰਨ ਕਰਦਾ ਹੈ। ਅਨਹਦ ਰਾਤੇ ਇਹੋ ਮਨ ਲਾਇਆ। ਦੂਸਰਾ ਸਵਾਲ ਇਹਨਾਂ ਕੀਤਾ ਸੀ ਵੀ ਕਾਹੇ ਕਉ ਤੁਝ ਇਹੋ ਮਨ ਲਾਇਆ, ਇਹ ਕਿਸ ਤਰੀਕੇ ਨਾਲ ਤੁਸੀਂ ਇਸ ਮਨ ਨੂੰ ਜੋੜਿਆ। ਤਾਂ ਮਹਾਰਾਜ ਕਹਿੰਦੇ ਵੀ ਅਨਹਦ ਰਾਤੇ, ਜੋ ਨਾਸ ਤੋਂ ਰਹਿਤ ਇੱਕ ਪਰਮੇਸ਼ਰ ਸਾਰਿਆਂ ਦੇ ਵਿੱਚ ਰਾਤੇ ਮਿਲਿਆ ਹੋਇਆ ਹੈ ਨਾ, ਉਸ ਨਾਸ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਰਾਤੇ ਅਸੀਂ ਰੰਗੇ ਹੋਏ ਹਾਂ, ਉਹਦਾ ਪ੍ਰੇਮ ਅਸੀਂ ਧਾਰਨ ਕੀਤਾ ਹੈ। ਤੇ ਉਸ ਨਾਸ ਤੋਂ ਰਹਿਤ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਲੱਗਣੇ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਹੀ, ਉਹਦੇ ਸਰੂਪ ਵਿੱਚ ਹੀ ਇਹੋ ਮਨ ਲਾਇਆ। ਇਸ ਮਨ ਨੂੰ ਅਸੀਂ ਲਾਇਆ ਹੋਇਆ ਹੈ, ਅਸੀਂ ਆਪਣੇ ਮਨ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਜੋੜਿਆ ਹੋਇਆ ਹੈ। ਸਿੱਧੋ ਮਨਸਾ ਆਸਾ ਸ਼ਬਦ ਜਿਲਾਈ। ਤੀਸਰਾ ਸਵਾਲ ਕੀਤਾ ਸੀ ਸਿੱਧਾ ਨੇ, ਕਿਤਬੇ ਦੇ ਆਸਾ ਮਨਸਾ ਖਾਈ, ਕਿ ਲੰਮੀ ਜਿਹੜੀ ਆਸ ਲਾ ਕੇ ਰੱਖਣੀ ਹੈ ਸੰਸਾਰ ਦੀ, ਦੁਨੀਆ ਦੀ, ਪਦਾਰਥਾਂ ਦੀ, ਪਰਿਵਾਰ ਦੀ, ਇਹ ਆਸਾ ਤੁਸੀਂ ਕਿਵੇਂ ਸਮਾਪਤ ਕੀਤੀ ਹੈ। ਤੇ ਮਨ ਦੇ ਵਿੱਚ ਜਿਹੜੀਆਂ ਛਿਣ ਕਾਲ ਵਿੱਚ ਫੁਰਨੇ ਫੁਰਦੇ ਰਹਿੰਦੇ ਹਨ, ਵਾਸ਼ਨਾ ਪੈਦਾ ਹੁੰਦੀਆਂ ਰਹਿੰਦੀਆਂ, ਇਹ ਮਨਸਾ ਨੂੰ ਤੇ ਲੰਮੀ ਆਸਾ ਨੂੰ, ਇਹ ਕਿਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਸਮਾਪਤ ਕੀਤਾ ਹੈ। ਤਾਂ ਮਹਾਰਾਜ ਕਹਿੰਦੇ ਸ਼ਬਦ ਜਲਾਈ, ਸ਼ਬਦ ਦੇ ਵਿੱਚ ਜੁੜ ਕਰਕੇ ਜਲਾਈ, ਜਾਲ ਦਿੱਤਾ, ਸਾੜ ਦਿੱਤਾ ਸੀ। ਇਸ ਤਰੀਕੇ ਨਾਲ ਇਹ ਮਨਸਾ ਤੇ ਆਸਾ ਨੂੰ ਅਸੀਂ ਸਮਾਪਤ ਕੀਤਾ। ਮਨ ਦੇ ਫੁਰਨੇ, ਮਨ ਦੀਆਂ ਵਾਸ਼ਨਾਵਾਂ ਇਹ ਸਾੜ ਦਿੱਤੀਆਂ, ਤੇ ਆਸਾ ਜਿਹੜੀ ਹੈ ਦੀਰਘ ਲੰਮੀ ਆਸਾ ਜਿਹੜੀ ਲਾ ਕਰਕੇ ਰੱਖਣੀ ਹੈ ਪਦਾਰਥਾਂ ਦੀ, ਸੰਸਾਰ ਦੀ, ਉਹ ਆਸਾ ਵੀ ਅਸੀਂ ਮਹਾਰਾਜ ਕਹਿੰਦੇ ਸ਼ਬਦ ਦੇ ਵਿੱਚ ਜੁੜ ਕਰਕੇ, ਸ਼ਬਦ ਦੀ ਇਹ ਬ੍ਰਹਮ ਅਭਿਆਸ ਦੀ ਅਗਨੀ ਦੇ ਦੁਆਰਾ ਹੀ ਇਹ ਆਸਾ ਨੂੰ ਜਲਾਈ, ਸਾੜਨਾ ਕੀਤਾ। ਕਿਉਂਕਿ ਸਿੱਧ ਕਹਿੰਦੇ ਵੀ ਸਾਡੇ, ਅਸੀਂ ਇੰਨੇ ਯੋਗਾ ਅਭਿਆਸੀ ਆ, ਇੰਨੇ ਤਪੱਸਿਆ ਕਰਨ ਵਾਲੇ ਆ, ਸਾਡੇ ਮਨ ਵਿੱਚੋਂ ਨਾ ਤੇ ਇਹ ਮਨਸਾ ਹੀ ਮੁੱਕਦੀ ਹੈ ਤੇ ਨਾ ਆਸਾ ਹੀ ਮੁੱਕਦੀ ਹੈ, ਕਿ ਕਿਸੇ ਨਾ ਕਿਸੇ ਪ੍ਰਕਾਰ ਦੀ ਆਸਾ ਮਨ ਵਿੱਚ ਪੈਦਾ ਹੋਈ ਹੀ ਰਹਿੰਦੀ ਹੈ, ਆਸਾ ਮਨ ਦੇ ਵਿੱਚ ਬਣੀ ਰਹਿੰਦੀ, ਸਿੱਧਾਂ ਦੇ ਮਨ ਵਿੱਚ ਬਣੀ ਰਹਿੰਦੀ ਸੀ। ਉਹ ਕਹਿੰਦੇ ਤੁਸੀਂ ਇਹਨੂੰ ਕਿਵੇਂ ਸਮਾਪਤ ਕਰ ਦਿੱਤਾ, ਕਿਵੇਂ ਖਤਮ ਕਰ ਦਿੱਤਾ। ਸਾਡੇ ਮਨ ਵਿੱਚ ਅਸੀਂ ਯੋਗਾ ਅਭਿਆਸ ਕਰਦੇ ਹਾਂ ਤੇ ਇੱਕ ਇੱਕ ਛਿਣ ਦੇ ਵਿੱਚ ਕਈ ਫੁਰਨੇ ਪੈਦਾ ਹੁੰਦੇ ਰਹਿੰਦੇ, ਵਾਰ-ਵਾਰ ਫੁਰਨੇ ਚੱਲਦੇ, ਵਾਰ-ਵਾਰ। ਫਿਰ ਵੱਡੀ ਆਸਾ ਵੀ ਪੈਦਾ ਹੁੰਦੀ ਹੈ ਕਿ ਇਸ ਤਰ੍ਹਾਂ ਜਪ ਤਪ ਕਰਕੇ, ਰਿੱਧੀਆਂ ਸਿੱਧੀਆਂ ਹਾਸਲ ਕਰਕੇ ਹੁਣ ਸੰਸਾਰ ਤੋਂ ਆਪਣੀ ਪੂਜਾ ਪ੍ਰਤਿਸ਼ਠਾ ਕਰਾਵਾਂਗੇ। ਅਸੀਂ ਭਾਵੇਂ ਸੰਸਾਰ ਛੱਡ ਕੇ ਆ ਗਏ ਹਾਂ, ਪਰ ਫਿਰ ਵੀ ਪੂਜਾ ਕਰਾਉਣ ਦੀ ਆਸਾ ਬਣੀ ਹੋਈ ਸਾਡੇ ਮਨ ਦੇ ਵਿੱਚ, ਲੋਕ ਸਾਡੇ ਅੱਗੇ ਝੁਕਣ, ਕਿਉਂਕਿ ਆਸਾ ਕਈ ਤਰ੍ਹਾਂ ਦੀ ਹੈ। ਸੰਸਾਰੀ ਨੂੰ ਸੰਸਾਰ ਦੇ ਪਦਾਰਥਾਂ ਦੀ ਆਸਾ ਹੈ, ਉਹ ਕਹਿੰਦਾ ਵੀ ਐਤਕੀ ਦੇ ਸਾਲ ਦੇ ਵਿੱਚ ਆਹ ਕੁਝ ਖਰੀਦਾਂਗੇ, ਅਗਲੇ ਸਾਲ ਵਿੱਚ ਆਹ ਕੁਝ ਬਣਾਵਾਂਗੇ, ਉਦੋਂ ਅਗਲੇ ਸਾਲ ਵਿੱਚ ਆਹ ਕੁਝ ਕਾਰੋਬਾਰ ਕਰਾਂਗੇ। ਉਹ ਆਸਾਂ ਹੀ ਲਾਈਆਂ ਹੋਈਆਂ ਨੇ। ਜਿਵੇਂ ਉਹ ਸ਼ੇਖ ਚਿਲੀ ਦੀ ਸਾਖੀ ਆਉਂਦੀ ਹੈ ਕਿ ਉਹ ਕਿਸੇ ਸ਼ਾਹੂਕਾਰ ਨੇ
ਘਿਓ ਦਾ ਘੜਾ ਚੁਕਾਇਆ ਤੇ ਉਹ ਸਿਰ ਤੇ ਚੁੱਕ ਕੇ ਲੈ ਕੇ ਜਾ ਰਿਹਾ। ਸ਼ਾਹੂਕਾਰ ਨਾਲ ਪਿੱਛੇ ਪਿੱਛੇ ਜਾ ਰਿਹਾ ਤੇ ਉਹ ਸ਼ੇਖ ਚਿੜੀ ਅੱਗੇ ਅੱਗੇ ਜਾ ਰਿਹਾ। ਤੇ ਉਹ ਮਨਸਾ ਕੀ ਹੈ ਮਨ ਦੇ ਵਿੱਚ, ਤੇ ਆਸਾ ਲੰਮੀ, ਤੇ ਮਨਸਾ ਇੱਕ ਇੱਕ ਛਿਣ ਦੇ ਵਿੱਚ ਜਿਹੜੇ ਫੁਰਨੇ ਫੁਰੀ ਜਾਣੇ। ਇੱਕ ਇੱਕ ਛਿਣ ਵਿੱਚ ਕਿੰਨੇ ਖਿਆਲ ਮਨ 'ਚ ਪੈਦਾ ਹੋਈ ਜਾਂਦੇ, ਫਿਰ ਮਿਟ ਜਾਂਦਾ, ਦੂਜਾ ਪੈਦਾ ਹੋ ਜਾਂਦਾ, ਫਿਰ ਮਿਟ ਜਾਂਦਾ। ਇਹ ਵਾਸ਼ਨਾ ਬਣੀ ਰਹਿੰਦੀ। ਉਹ ਸਿਰ ਤੇ ਘੜਾ ਚੁੱਕਿਆ ਹੋਇਆ ਵਾ ਤੇ ਜਾ ਰਿਹਾ ਰਸਤੇ ਤੇ, ਛੱਡ ਕੇ ਆਉਣਾ ਜਿੱਥੇ ਸ਼ਾਹੂਕਾਰ ਨੇ ਆਖਿਆ। ਤੇ ਮਨ ਦੇ ਵਿੱਚ ਵਾਸ਼ਨਾ ਪੈਦਾ ਹੋਈ। ਕਹਿੰਦਾ ਵੀ ਇਹ ਹੁਣ ਘੜਾ ਜਿਸ ਵੇਲੇ ਮੈਂ ਉੱਥੇ ਟਿਕਾਣੇ ਤੇ ਪਹੁੰਚਾ ਦਿੱਤਾ ਤੇ ਜਿਹੜੇ ਮੈਨੂੰ ਪੈਸੇ ਮਿਲਣੇ ਨਾ, ਕਿਰਾਇਆ ਮਿਲਣਾ, ਉਹਦੇ ਨਾਲ ਫਿਰ ਮੈਂ ਆਂਡੇ ਖਰੀਦਾਂਗਾ। ਉਹਦੇ ਤੋਂ ਕਹਿੰਦਾ ਵੀ ਫਿਰ ਕਿਸੇ ਮੁਰਗੀ ਹੇਠਾਂ ਪਾ ਕਰਕੇ ਤੇ ਬੱਚੇ ਕਢਾਵਾਂਗਾ। ਉਹ ਨਿਕਲਣਗੇ ਤੇ ਫਿਰ ਮੇਰੇ ਕੋਲੇ ਆ ਮੁਰਗੀ ਖਾਨਾ ਬਣਾ ਲਵਾਂਗਾ, ਮੈਂ ਕੁੱਕੜ ਕੁਕੜੀਆਂ ਰੱਖ ਲਵਾਂਗਾ। ਉਹ ਬਹੁਤੀਆਂ ਹੋਣਗੀਆਂ ਤੇ ਉਹ ਵੇਚਾਂਗਾ। ਤੇ ਫਿਰ ਕਹਿੰਦਾ ਬੱਕਰੀਆਂ ਲੈ ਆਵਾਂਗਾ, ਬੱਕਰੀਆਂ ਦਾ ਇੱਜੜ ਬਣ ਜਾਊਗਾ ਬਹੁਤਾ ਵੱਡਾ ਮੇਰਾ। ਤੇ ਫਿਰ ਉਹ ਵੇਚ ਕਰਕੇ ਮੈਂ ਗਾਵਾਂ ਲੈ ਆਵਾਂਗਾ, ਗਾਵਾਂ ਬਹੁਤੀਆਂ ਹੋਣਗੀਆਂ, ਉਹ ਵੇਚ ਕੇ ਮੱਝਾਂ ਲੈ ਆਵਾਂਗਾ, ਬਹੁਤੀਆਂ ਮੱਝਾਂ ਮੇਰੇ ਕੋਲੇ ਹੋਣਗੀਆਂ, ਗਾਵਾਂ ਹੋਣਗੀਆਂ। ਫਿਰ ਮੇਰਾ ਕਾਰੋਬਾਰ ਬੜਾ ਤਗੜਾ ਹੋ ਜਾਊਗਾ। ਫਿਰ ਵੱਡਾ ਹਰਾ ਘਰ ਬਣਾਵਾਂਗਾ। ਫਿਰ ਮੇਰਾ ਘਰ ਵੇਖ ਕੇ ਕੋਈ ਮੇਰਾ ਵਿਆਹ ਕਰ ਦੂਗਾ। ਫਿਰ ਮੇਰਾ ਵਿਆਹ ਹੋ ਜਾਊਗਾ ਤੇ ਫਿਰ ਮੇਰੇ ਘਰੇ 5-7 ਬੱਚੇ ਪੈਦਾ ਹੋ ਜਾਣਗੇ। ਫਿਰ ਕਹਿੰਦਾ ਵੀ ਮੈਂ ਬੈਠਾ ਹੋਊਗਾ ਬਾਹਰ ਕਿਤੇ ਬੋਰਡ ਦੇ ਹੇਠਾਂ, ਪੰਚਾਇਤ ਦੇ ਵਿੱਚ, ਸੱਥ ਦੇ ਵਿੱਚ, ਤੇ ਉੱਥੇ ਬੱਚੇ ਮੈਨੂੰ ਵਾਰ-ਵਾਰ ਆ ਕਰਕੇ ਆਵਾਜ਼ ਮਾਰਨ ਵਾਸਤੇ ਆਉਣਗੇ ਕਿ ਪਿਤਾ ਜੀ ਘਰ ਨੂੰ ਆ ਜਾਓ। ਕਹਿੰਦਾ ਫਿਰ ਮੈਨੂੰ ਗੁੱਸਾ ਚੜੂਗਾ ਤੇ ਮੈਂ ਲੱਤ ਮਾਰੂੰਗਾ। ਤੇ ਉਹ ਸਿਰ ਦੇ ਉੱਤੇ ਘੜਾ ਰੱਖਿਆ ਤੇ ਵੱਟ ਤੇ ਤੁਰਿਆ ਜਾਂਦਾ ਸੀ। ਉਹ ਮਨ 'ਚ ਵਾਸ਼ਨਾ ਇਸ ਤਰ੍ਹਾਂ ਦੀ, ਫੁਰਨਾ ਕਿੱਥੋਂ ਦੀ ਕੱਪੜ ਗਿਆ। ਉਹ ਲੱਤ ਉੱਥੇ ਵੱਟ ਤੇ ਹੀ ਮਾਰ ਦਿੱਤੀ ਜ਼ੋਰ ਨਾਲ, ਬੱਚੇ ਨੂੰ ਮਾਰਨ ਲੱਗਿਆ। ਉਹ ਐਸੀ ਵੱਜੀ, ਘੜਾ ਉੱਤੋਂ ਡਿੱਗ ਪਿਆ ਤੇ ਸਾਰਾ ਘਿਓ ਰੁੜ ਗਿਆ। ਉਹ ਸ਼ਾਹੂਕਾਰ ਕਹਿੰਦਾ ਵੀ ਕਿੱਡਾ ਵੱਡਾ ਮੇਰਾ ਨੁਕਸਾਨ ਕਰ ਦਿੱਤਾ ਤੂੰ, ਹੈ ਤੈਨੂੰ ਘਿਓ ਚਕਾਇਆ ਸੀ ਤੇ ਤੂੰ ਸਾਰਾ ਡੋਲ ਕੇ ਰੱਖ ਦਿੱਤਾ ਸੀ, ਘੜਾ ਭੰਨ ਕੇ। ਉਹ ਕਹਿੰਦਾ ਤੇਰਾ ਤੇ ਘਿਓ ਹੀ ਡੁੱਲਾ, ਮੇਰਾ ਤੇ ਸਾਰਾ ਪਰਿਵਾਰ ਹੀ ਰੁੜ ਗਿਆ ਵਾ, ਜਿਹੜਾ ਲੈ ਬਣਿਆ ਨਹੀਂ ਸੀ। ਇਹ ਮਨਸਾ ਹੈ, ਇਹ ਵਾਸ਼ਨਾ ਹੈ ਮਨ ਦੇ ਵਿੱਚ, ਫੁਰਨਾ ਜਿਹੜਾ ਇੱਕ ਇੱਕ ਛਿਣ ਦੇ ਵਿੱਚ ਪੈਦਾ ਹੋਈ ਜਾਂਦਾ। ਆਪਾਂ ਸਵੇਰ ਤੋਂ ਸ਼ਾਮ ਤੱਕ ਕਿੰਨਾ ਕੁਝ ਮਨ 'ਚ ਬਣਾ ਲੈਂਦੇ ਤੇ ਕਿੰਨਾ ਕੁਝ ਢਹਿ ਜਾਂਦਾ। ਤੇ ਆਸਾ ਜਿਹੜੀ ਉਹ ਲੰਮੀ ਲਾਈ ਹੋਈ ਹੈ, ਵੱਡੀ। ਇਸ ਤਰ੍ਹਾਂ ਜਿਹੜੀ ਵੱਡੀ ਹੈ ਉਹਨੂੰ ਆਸਾ ਕਿਹਾ ਜਾਂਦਾ, ਜਿਹੜੀ ਇੱਕ ਇੱਕ ਛਿਣ ਕਾਲ ਦੇ ਵਿੱਚ, ਮਿੰਟ ਸਕਿੰਟ 'ਚ ਪੈਦਾ ਹੋਵੇ, ਬਣੇ, ਫਿਰ ਢਹਿ ਜਾਵੇ, ਉਹਨੂੰ ਮਨਸਾ ਕਹਿੰਦੇ ਆ। ਸਿੱਧ ਕਹਿੰਦੇ ਵੀ ਸਾਡੇ ਮਨ ਦੇ ਵਿੱਚੋਂ ਇਹ ਆਸਾ ਮਨਸਾ ਨਹੀਂ ਮੁੱਕੀਆਂ। ਅਸੀਂ ਯੋਗਾ ਅਭਿਆਸੀ ਵੀ ਹੋ ਗਏ ਹਾਂ। ਤੇ ਤੁਸੀਂ ਮਹਾਰਾਜ ਸਾਹਿਬ ਜੀ ਇਹਨਾਂ ਨੂੰ ਕਿਵੇਂ ਖਾ ਲਿਆ, ਕਿਵੇਂ ਖਤਮ ਕਰ ਦਿੱਤਾ? ਸਤਿਗੁਰੂ ਕਹਿੰਦੇ ਮਨਸਾ ਆਸਾ ਸ਼ਬਦ ਜਲਾਈ। ਅਸੀਂ ਸ਼ਬਦ ਦੇ ਨਾਲ, ਬ੍ਰਹਮ ਨਾਲ ਜੁੜ ਕਰਕੇ, ਸ਼ਬਦ ਦੇ ਅਭਿਆਸ ਦੇ ਨਾਲ ਇਹਨੂੰ ਜਲਾ ਕੇ ਰੱਖ ਦਿੱਤਾ, ਸਾੜ ਦਿੱਤਾ। ਇਹ ਮਨਸਾ ਤੇ ਆਸਾਂ ਅਸੀਂ ਅੰਦਰੋਂ ਸਾੜ ਦਿੱਤੀਆਂ ਹਨ ਸ਼ਬਦ ਦੇ ਅਭਿਆਸ ਨਾਲ। ਗਰੀਬ ਨਵਾਜ ਸਾਹਿਬ ਦੇ ਅੰਦਰ ਸਾਧ ਸੰਗਤ ਜੀ ਕੀ ਆਸਾ ਮਨਸਾ ਹੋਣੀਆਂ। ਮਹਾਰਾਜ ਤੇ ਆਪ ਬ੍ਰਹਮ ਹਨ, ਆਪ ਪਰਮੇਸ਼ਰ ਹਨ, ਪਰ ਨਿਮਰਤਾ ਪੂਰਵਕ ਮਹਾਰਾਜ ਸਾਹਿਬ ਜੀ ਢੰਗ ਦੱਸ ਰਹੇ ਆ ਵੀ ਇਸ ਤਰ੍ਹਾਂ ਭਾਈ ਇਹ ਸੜਨਗੀਆਂ। ਜਦੋਂ ਸ਼ਬਦ ਵਿੱਚ ਜੁੜ ਕੇ ਸ਼ਬਦ ਦਾ ਪੁਨ੍ਹਾ ਪੁਨ੍ਹਾ ਅਭਿਆਸ ਕਰਾਂਗੇ, ਬਾਣੀ ਨੂੰ ਜਪਾਂਗੇ, ਸ਼ਬਦ ਨੂੰ ਜਪਾਂਗੇ, ਤੇ ਫਿਰ ਸ਼ਬਦ ਦੇ ਇਹ ਜਿਸ ਵੇਲੇ ਜਾਪ ਕਰਾਂਗੇ ਫਿਰ ਇਹ ਬ੍ਰਹਮ ਅਗਨੀ ਪੈਦਾ ਹੋਵੇਗੀ। ਫਿਰ ਇੱਕ ਅਗਨੀ ਪੈਦਾ ਹੁੰਦੀ ਹੈ ਜਿਹੜੀ ਇਹਨਾਂ ਫੁਰਨਿਆਂ ਨੂੰ ਸਾੜ ਕੇ ਰੱਖ ਦਿੰਦੀ ਹੈ, ਜੋ ਵਾਸ਼ਨਾ ਨੂੰ, ਵਕਾਰਾਂ ਨੂੰ, ਆਸਾਂ ਮਨਸਾਂ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਤੇ ਸਿੱਧਾਂ ਦੇ ਅੰਦਰ ਬਣੀ ਹੋਈ ਸੀ ਇਹ ਸਾਧ ਸੰਗਤ। ਜਿਵੇਂ ਭਰਥਰੀ ਜੋਗੀ ਰਾਜ ਭਾਗ ਛੱਡ ਕੇ ਤੇ ਫਿਰ ਉਹ ਜੋਗੀ ਬਣਿਆ ਸੀ। ਘਰ ਦੇ ਵਿੱਚ ਸਾਧ ਸੰਗਤ ਜੀ ਹਾਥੀ, ਘੋੜੇ, ਫੌਜਾਂ, ਰਾਣੀਆਂ ਤੇ ਹੋਰ ਕਿੰਨਾ ਕਾਰੋਬਾਰ ਸੀ, ਰਾਜਾ ਸੀ ਆਖਰ। ਤੇ ਹੋਰ ਤਾਂ ਸੋਨਾ ਚਾਂਦੀ ਤੇ ਰੁਪਈਏ ਕਿੰਨੇ ਘੋਣੇ, ਉਹਨਾਂ ਦੀ ਤਾਂ ਗਿਣਤੀ ਕੋਈ ਨਹੀਂ। 9 ਕਰੋੜ ਦੇ ਤਾਂ ਇਕੱਲੇ ਹੀਰੇ ਹੀ ਸੀ ਭਰਥਰੀ ਰਾਜੇ ਦੇ ਘਰ ਵਿੱਚ, ਜਦੋਂ ਉਹਨੇ ਰਾਜ ਭਾਗ ਛੱਡ ਕੇ ਤੇ ਗੋਰਖਨਾਥ ਦਾ ਚੇਲਾ ਬਣਿਆ ਸੀ।
ਸਾਰਾ ਕੁਝ ਛੱਡ ਦਿੱਤਾ, ਯੋਗਾ ਅਭਿਆਸ ਕਰਦਾ। ਇੱਕ ਦਿਨ ਜੰਗਲ ਵਿੱਚ ਰਸਤਾ ਜਾਂਦਾ ਸੀ, ਪੁੰਨਿਆਂ ਦੀ ਰਾਤ ਨੂੰ ਤੁਰਿਆ ਜਾ ਰਿਹਾ, ਉੱਤੋਂ ਚੰਦਰਮਾ ਦੀ ਚਾਨਣੀ ਪੈਂਦੀ। ਉਸ ਰਸਤੇ ਵਿੱਚ ਕਿਸੇ ਨੇ ਪਾਨ ਖਾਧਾ ਹੋਇਆ ਨਾ, ਕਿਸੇ ਪਹਿਲਾਂ ਪਾਨ ਖਾਣ ਵਾਲੇ ਨੇ ਥੁੱਕਿਆ ਹੋਇਆ ਸੀ ਜਾਂਦਿਆਂ ਹੋਇਆ ਉਸ ਰਾਹ ਦੇ ਵਿੱਚ। ਉਹ ਘਾਹ ਦੇ ਉੱਤੇ ਪਾਨ ਖਾਧੇ ਦਾ ਥੁੱਕ ਪਿਆ ਸੀ। ਇਹ ਭਰਥਰੀ ਜੋਗੀ ਜਿਸ ਵੇਲੇ ਲੰਘਿਆ ਜਾ ਰਿਹਾ ਤੇ ਉਤੋਂ ਚੰਦਰਮਾ ਦੀਆਂ ਰਿਸ਼ਮਾਂ ਜਦੋਂ ਪਈਆਂ ਉਸ ਥੁੱਕ ਦੇ ਉੱਤੇ, ਉਹ ਲਿਸ਼ਕਿਆ, ਚਮਕਿਆ। ਇਹ ਲੰਘੇ ਜਾਂਦੇ ਤੇ ਇਹਦੇ ਮਨ ਦੇ ਵਿੱਚ ਇਹ ਮਨਸਾ ਬਣੀ, ਇਹ ਮਨ ਦੇ ਵਿੱਚ ਫੁਰਨਾ ਵਾਸ਼ਨਾ ਬਣੀ ਵੀ ਆਹ ਤੇ ਕੋਈ ਹੀਰਾ ਪਿਆ ਹੈ, ਚਮਕ ਰਿਹਾ ਹੀਰਾ। ਉਹਨੇ ਥੱਲੇ ਨੀਵਾ ਹੋ ਕਰਕੇ ਜਦੋਂ ਚੁੱਕਣਾ ਚਾਹਿਆ, ਚੁੱਕਣ ਲੱਗਾ ਤੇ ਹੱਥ ਲਿਬੜ ਗਿਆ। ਪਾਨ ਦਾ ਥੁੱਕ ਸੀ। ਉਹ ਪਾਨ ਖਾਣ ਵਾਲੇ ਜਿੱਥੇ ਮਰਜੀ ਥੁੱਕਦੇ ਆ ਨਾ, ਜਿੰਨਾ ਥਾਂ ਇਲਾਕਿਆਂ 'ਚ ਪਾਨ ਖਾਂਦੇ ਬਹੁਤਾ, ਉਹ ਕੰਧਾਂ ਵੀ ਲਾਲ ਕੀਤੀਆਂ ਹੁੰਦੀਆਂ ਉਹਨਾਂ ਨੇ, ਸੜਕਾਂ ਵੀ ਲਾਲ ਕੀਤੀਆਂ ਹੁੰਦੀਆਂ। ਆ ਕਈਆਂ ਸਟੇਸ਼ਨਾਂ ਦੇ ਉੱਤੇ ਪੈਰ ਰੱਖਣ ਨੂੰ ਥਾਂ ਨਹੀਂ ਹੁੰਦਾ। ਤਾਂ ਉਸ ਵੇਲੇ ਹੱਥ ਲਿਬੜ ਗਿਆ ਭਰਥਰੀ ਦਾ। ਉਹਨੇ ਆਪਣੇ ਗ੍ਰੰਥ ਦੇ ਵਿੱਚ ਆਪਣੀ ਗੱਲ ਲਿਖੀ। ਉਹ ਕਹਿੰਦਾ ਵੀ ਹੇ ਤ੍ਰਿਸ਼ਨਾ, ਤੂੰ ਨਹੀਂ ਮੈਨੂੰ ਛੱਡਿਆ, ਇਹ ਵਾਸ਼ਨਾ ਤੂੰ ਨਹੀਂ ਮੈਨੂੰ ਛੱਡਿਆ। ਘਰ-ਬਾਰ ਤੇ ਮੈਂ ਛੱਡ ਕੇ ਆ ਗਿਆ, ਪਰ ਅੰਦਰੋਂ ਆਸਾ ਮਨਸਾ ਜਿਉਂ ਦੀ ਤਿਉਂ ਹੀ ਬਣੀ ਹੋਈ, ਅੰਦਰ ਵਾਸ਼ਨਾ ਉਸੇ ਤਰ੍ਹਾਂ ਹੀ ਬਣੀ ਹੋਈ। ਇਸੇ ਤਰ੍ਹਾਂ ਬਾਕੀਆਂ ਦਾ ਸਾਧ ਸੰਗਤ ਜੀ ਹਾਲਤ ਸੀ। ਸਭ ਕੁਝ ਛੱਡ ਕਰਕੇ ਫਿਰ ਵੀ ਉਧਰਲੇ ਪਾਸੇ ਨੂੰ ਮਨ ਭੱਜਦਾ, ਪਦਾਰਥਾਂ ਵਾਲੇ ਪਾਸੇ ਨੂੰ। ਤਾਂ ਸਤਿਗੁਰੂ ਜੀ ਨੂੰ ਬੇਨਤੀ ਸਿੱਧਾ ਨੇ ਕੀਤੀ, ਮਹਾਰਾਜ ਤੁਸੀਂ ਕਿਵੇਂ ਇਸ ਨੂੰ ਖਤਮ ਕੀਤਾ? ਤੇ ਗਰੀਬ ਨਵਾਜ ਸਾਹਿਬ ਕਹਿੰਦੇ ਅਸੀਂ ਸ਼ਬਦ ਦੇ ਨਾਲ ਇਹਨੂੰ ਸਾੜਿਆ। ਤੁਸੀਂ ਵੀ ਸਿੱਧੋ ਸ਼ਬਦ ਦਾ ਅਭਿਆਸ ਕਰੋ, ਫਿਰ ਇਹ ਮਨਸਾ ਤੇ ਆਸਾ ਜਿਹੜੀ ਇਹ ਸੜ ਜਾਵੇਗੀ, ਖਤਮ ਹੋ ਜਾਵੇਗੀ ਅੰਦਰੋਂ। ਗੁਰਮੁਖ ਜੋਤ ਨਿਰੰਤਰ ਪਾਈ। ਸਿੱਧਾ ਨੇ ਫਿਰ ਅਗਲਾ ਸਵਾਲ ਕੀਤਾ ਸੀ, ਕਿਤਵਿਦ ਜੋਤ ਨਿਰੰਤਰ ਪਾਈ, ਕਿਸ ਤਰੀਕੇ ਨਾਲ ਤੁਸੀਂ ਇੱਕ ਰਸ ਵਾਹਿਗੁਰੂ ਦੀ ਜੋਤ ਨੂੰ ਪ੍ਰਾਪਤ ਕੀਤਾ? ਮਹਾਰਾਜ ਕਹਿੰਦੇ ਗੁਰਮੁਖ, ਮੁਖੀ ਗੁਰੂ ਦੇ ਉਪਦੇਸ਼ ਦੇ ਨਾਲ। ਉਹ ਅਕਾਲ ਪੁਰਖ ਵਾਹਿਗੁਰੂ ਸਾਡਾ ਗੁਰੂ ਹੈ, ਉਸ ਗੁਰੂ ਪਰਮੇਸ਼ਰ ਦੇ ਉਪਦੇਸ਼ ਦੇ ਨਾਲ ਹੀ ਅਸੀਂ ਜੋਤ ਨਿਰੰਤਰ ਪਾਈ। ਨਿਰੰਤਰ ਬਿਨਾਂ ਅੰਤਰੇ ਤੋਂ, ਬਿਨਾਂ ਫਰਕ ਤੋਂ ਇੱਕ ਰਸ ਉਸ ਜੋਤ ਨੂੰ ਪ੍ਰਾਪਤ ਕੀਤਾ। ਸਾਰੇ ਪਾਸੇ ਸਾਨੂੰ ਤਾਂ ਉਹ ਜੋਤ ਹੀ ਦਿਸਦੀ ਹੈ, ਸਾਨੂੰ ਤਾਂ ਉਹ ਜੋਤ, ਜੋਤੀ ਸਰੂਪ ਹੀ ਸਾਰੇ ਪਾਸੇ ਨਜ਼ਰ ਆਉਂਦਾ ਹੈ, ਦ੍ਰਿਸ਼ਟੀ ਆਉਂਦਾ ਹੈ। ਹਰ ਇੱਕ ਪਾਸੇ ਉਸ ਜੋਤ ਨੂੰ ਹੀ ਵੇਖਦੇ ਆ। ਜਿਵੇਂ ਮਹਾਰਾਜ ਸਾਹਿਬ ਜੀ ਨੇ ਪੰਜਵੇਂ ਸਰੂਪ ਵਿੱਚ ਵੀ ਕਥਨ ਕੀਤਾ, ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨਹਾਰਾ ਪ੍ਰਭ ਬਿਨਾ ਨਹੀਂ ਜਾਣੀਐ। ਜਿਵੇਂ ਆਪ ਜੀ ਨੇ ਆਪਣੀ ਰਸਨਾ ਤੋਂ ਫਰਮਾਇਆ, ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਕੈ ਚਾਨਣ ਸਭ ਮਹਿ ਚਾਨਣ ਹੋਏ। ਇੱਕੋ ਹੀ ਜੋਤ ਸਾਰਿਆਂ ਦੇ ਵਿੱਚ ਵਿਆਪਕ ਹੋ ਰਹੀ ਹੈ। ਮਹਾਰਾਜ ਕਹਿੰਦੇ ਗੁਰਮੁਖ ਜੋਤ ਨਿਰੰਤਰ ਪਾਏ। ਇਹ ਭਾਈ ਜਿਹੜਾ ਗੁਰੂ ਕੀ ਸ਼ਰਨ ਵਿੱਚ ਪੈ ਕਰਕੇ ਗੁਰਮੁਖ ਬਣਦਾ ਹੈ ਨਾ, ਉਸ ਨੂੰ ਉਹ ਜੋਤ ਵਾਹਿਗੁਰੂ ਜੋਤੀ ਸਰੂਪ ਇੱਕ ਰਸ ਉਹਦੀ ਜੋਤ ਸਰਬ ਵਿਆਪਕ ਦਿਸਦੀ ਹੈ। ਜੋਤ ਉਹ ਵਾਹਿਗੁਰੂ ਪਰਮੇਸ਼ਰ ਦੀ ਗਿਆਤ ਅਸੀਂ ਪ੍ਰਾਪਤ ਕੀਤੀ ਹੈ। ਗੁਰਮੁਖ ਜੋਤ ਨਿਰੰਤਰ ਪਾਈ। ਤਾਂ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਇਹ ਭਗਤ ਕਬੀਰ ਸਾਹਿਬ ਜੀ ਨੂੰ ਇਹ ਬਖਸ਼ਿਸ਼ ਪ੍ਰਾਪਤ ਹੋਈ, ਭਗਤ ਨਾਮਦੇਵ ਸਾਹਿਬ ਜੀ ਨੂੰ ਇਹ ਬਖਸ਼ਿਸ਼ ਮਿਲੀ। ਉਹਨਾਂ ਪ੍ਰਭੂ ਪਿਆਰਿਆਂ ਭਗਤਾਂ ਨੂੰ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਅੰਕਿਤ ਹੈ, ਉਹਨਾਂ ਸਰਬ ਵਿਆਪਕ ਵਾਹਿਗੁਰੂ ਦੀ ਜੋਤ ਨੂੰ ਤੱਕਿਆ। ਤਾਂ ਹੀ ਭਗਤ ਨਾਮਦੇਵ ਸਾਹਿਬ ਜੀ ਨੇ ਕਹਿ ਦਿੱਤਾ ਨਾ, ਸਭ ਮਹਿ ਵਾਹਿਗੁਰੂ ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ, ਏਕਲ ਮਾਟੀ ਕੁੰਜਰ ਚੀਟੀ ਭਾਂਜਨ ਹੈ ਬਹੁ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ। ਇਹ ਭਗਤ ਜੀ ਨੇ ਕਹਿ ਦਿੱਤਾ ਵੀ ਘਟ ਘਟ ਰਾਮ ਸਮਾਨਾ ਰੇ, ਸਾਰੇ ਪਾਸੇ ਰਾਮ ਹੀ ਸਮਾਇਆ ਹੋਇਆ। ਉਹਨਾਂ ਨੇ ਆਖਿਆ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਭਗਤ ਕਬੀਰ ਸਾਹਿਬ ਜੀ ਨੇ ਫਰਮਾਇਆ, ਅਵਲ ਅੱਲਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ।
ਲੋਗਾ ਭਰਮ ਨਾ ਭੂਲਹੁ ਭਾਈ। ਖਾਲਿਕ ਖਲਕ ਖਲਕ ਮਹਿ ਖਾਲਿਕ ਪੂਰ ਰਹਿਓ ਸਰਬ ਠਾਈ ਰਹਾਉ। ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰੈ। ਨਾ ਕਛ ਪੋਚ ਮਾਟੀ ਕੇ ਭਾਂਡੇ ਨਾ ਕਛ ਪੋਚ ਕੁੰਭਾਰੈ। ਸਭ ਮਹਿ ਸੱਚਾ ਏਕੋ ਸੋਈ ਤਿਸ ਕਾ ਕੀਆ ਸਭ ਕਛ ਹੋਈ। ਸਭ ਮਹਿ ਸੱਚਾ ਏਕੋ ਸੋਈ ਵੀ ਸਾਰਿਆਂ ਵਿੱਚ ਇੱਕੋ ਹੀ ਸੱਚਾ ਵਸ ਰਿਹਾ, ਇੱਕੋ ਹੀ ਜੋਤ ਵਸ ਰਹੀ। ਤਿਸ ਕਾ ਕੀਆ ਸਭ ਕਛ ਹੋਈ। ਹੁਕਮ ਪਛਾਨੈ ਸੋ ਏਕੋ ਜਾਣੈ ਬੰਦਾ ਕਹੀਐ ਸੋਈ। ਅੱਲੋਹ ਅਲਖ ਨਾ ਜਾਈ ਲਖਿਆ ਗੁਰ ਗੁੜ ਦੀਨਾ ਮੀਠਾ। ਕਹੈ ਕਬੀਰ ਮੇਰੀ ਸ਼ੰਕਾ ਨਾਸੀ ਸਰਬ ਨਿਰੰਜਨ ਡੀਠਾ। ਭਗਤ ਜੀ ਕਹਿੰਦੇ ਮੇਰੀ ਸ਼ੰਕਾ ਨਸ ਗਈ, ਦੂਰ ਹੋ ਗਈ, ਮੈਨੂੰ ਸਾਰੇ ਪਾਸੇ ਨਿਰੰਜਨ ਦਿਸਿਆ। ਸਤਿਗੁਰੂ ਕਹਿੰਦੇ ਗੁਰਮੁਖ ਜੋਤ ਨਿਰੰਤਰ ਪਾਈ। ਇਹ ਭਾਈ ਗੁਰੂ ਪਰਮੇਸ਼ਰ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਜੋਤ ਵਾਹਿਗੁਰੂ ਜੀ ਦੀ ਜੋਤ ਨੂੰ ਇੱਕ ਰਸ ਪ੍ਰਾਪਤ ਕੀਤਾ ਹੈ। ਸਾਰੇ ਪਾਸੇ ਤੱਕਿਆ ਹੈ। ਤ੍ਰੈ ਗੁਣ ਮੀਟੇ ਖਾਈਐ ਸਾਰ। ਫਿਰ ਅੱਗੇ ਸਿੱਧਾ ਨੇ ਆਖਿਆ ਸੀ ਮਹਾਰਾਜ ਬਿਨ ਦੰਤਾਂ ਕਿਉ ਖਾਈਐ ਸਾਰ। ਇਹ ਸਵਾਲ ਸੀ ਬਿਨਾਂ ਦੰਦਾਂ ਤੋਂ ਲੋਹਾ ਕਿਵੇਂ ਖਾਧਾ ਜਾਵੇ। ਬਿਨਾਂ ਸਾਧਨਾ ਰੂਪੀ ਦੰਦਾਂ ਤੋਂ ਇਹ ਸੰਸਾਰ ਰੂਪੀ ਲੋਹਾ ਕਿਵੇਂ ਖਾਧਾ ਜਾਵੇ। ਸੰਸਾਰ ਦੇ ਵਿਕਾਰਾਂ ਤੋਂ ਕਿਵੇਂ ਬਚਿਆ ਜਾਵੇ। ਸੰਸਾਰ ਦਾ ਭਾਵ ਕਿਵੇਂ ਕੀਤਾ ਜਾਵੇ। ਤਾਂ ਮਹਾਰਾਜ ਕਹਿੰਦੇ ਤ੍ਰੈ ਗੁਣ ਮੇਟੇ। ਤਿੰਨਾਂ ਗੁਣਾਂ ਨੂੰ ਮੇਟ ਦਵੇ ਤਾਂ ਫਿਰ ਇਹ ਜਿਹੜਾ ਸੰਸਾਰ ਰੂਪੀ ਸਾਰ ਲੋਹਾ ਹੈ ਨਾ ਇਹਨੂੰ ਖਾ ਜਾਈਦਾ ਹੈ, ਸੰਸਾਰ ਨੂੰ ਅਭਾਵ ਕਰ ਦੇਈਦਾ ਹੈ। ਫਿਰ ਵਿਕਾਰਾਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਤ੍ਰੈ ਗੁਣ ਮੇਟੇ ਜੋ ਤਿੰਨਾਂ ਗੁਣਾਂ ਵਾਲਾ ਇਹ ਸਰੀਰ ਹੈ ਨਾ, ਤਿੰਨਾਂ ਗੁਣਾਂ ਦੀ ਇਹ ਰਚਨਾ, ਇਹ ਮਾਇਆ ਦੀ ਰਚਨਾ, ਇਹ ਸਰੀਰ ਹੈ। ਇਸ ਦੇਹ ਦੀ ਹੰਗਤਾ ਨੂੰ ਮੇਟ ਦਵੇ, ਹੰਕਾਰ ਛੱਡ ਦਵੇ ਤਾਂ ਫਿਰ ਇਹ ਸਾਰ ਲੋਹਾ ਚੱਬ ਲਈਦਾ ਹੈ, ਲੋਹਾ ਖਾ ਜਾਈਦਾ ਹੈ। ਭਾਵੇਂ ਸੰਸਾਰ ਜੋ ਹੈ ਇਹਦੇ ਤੋਂ ਉੱਪਰ ਉੱਠ ਜਾਈਦਾ ਵਿਕਾਰਾਂ ਤੋਂ। ਨਾਨਕ ਤਾਰੇ ਤਾਰਨਹਾਰ। ਤੇ ਇਸੇ ਤਰ੍ਹਾਂ ਨਾਨਕ ਸਾਚਾ ਕਰੋ ਵਿਚਾਰ। ਕਹਿਣ ਲੱਗੇ ਵੀ ਇਹ ਸੱਚਾ ਵਿਚਾਰ ਸਾਨੂੰ ਦੱਸੋ। ਅਖੀਰਲੀ ਗੱਲ ਇਹ ਕਹੀ ਸੀ ਤਾਂ ਮਹਾਰਾਜ ਕਹਿੰਦੇ ਸੱਚਾ ਵਿਚਾਰ ਇਹ ਆ ਸਿੱਧੋ ਕਿ ਪਰਮੇਸ਼ਰ ਵਾਹਿਗੁਰੂ ਅੱਗੇ ਬੇਨਤੀ ਕਰਨੀ ਚਾਹੀਦੀ ਹੈ। ਇਕੱਲੇ ਸਾਧਨ ਨਹੀਂ ਕੰਮ ਕਰਦੇ, ਨਾਲ ਅਰਦਾਸ ਵੀ ਕਰਨੀ ਚਾਹੀਦੀ ਹੈ। ਤਾਂ ਫਿਰ ਜਿਸ ਵੇਲੇ ਬੇਨਤੀ ਕਰਾਂਗੇ, ਜਦੋਂ ਆਖਾਂਗੇ ਤਾਰੇ ਤਾਰਨਹਾਰ, ਇਹ ਤਾਰਨਹਾਰ ਪਰਮੇਸ਼ਰ ਵਾਹਿਗੁਰੂ ਸਾਨੂੰ ਵੀ ਤਾਰ। ਜਿਵੇਂ ਭਗਤਾਂ ਨੇ ਬੇਨਤੀਆਂ ਕੀਤੀਆਂ ਸੰਸਾਰ ਸਮੁੰਦੇ ਤਾਰ ਗੋਬਿੰਦੇ। ਤਾਰ ਲੈ ਬਾਪ ਬੀਠਲਾ, ਨਾਮ ਵੀ ਜਪਿਆ, ਮਿਹਨਤਾਂ ਵੀ ਕੀਤੀਆਂ ਕਿਉਂਕਿ ਨਾਮ ਜਪਣਾ ਵੀ ਇੱਕ ਮਿਹਨਤ ਹੈ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਪਰ ਨਾਲ ਰਹਿਮਤਾਂ ਵੀ ਮੰਗੀਆਂ, ਨਾਲ ਬੇਨਤੀਆਂ ਵੀ ਕੀਤੀਆਂ ਵੀ ਸੱਚੇ ਪਾਤਸ਼ਾਹ ਕਿਰਪਾ ਕਰੋ, ਤਾਰੋ ਸਾਨੂੰ। ਤਾਂ ਮਹਾਰਾਜ ਕਹਿੰਦੇ ਜਦੋਂ ਤਰਲਾ ਪਾਈਏ, ਬੇਨਤੀ ਕਰੀਏ, ਨਾਨਕ ਤਾਰੇ ਤਾਰਨਹਾਰ, ਫਿਰ ਉਹ ਤਾਰਨਹਾਰ ਪਰਮੇਸ਼ਰ ਸੰਸਾਰ ਸਮੁੰਦਰ ਤੋਂ ਭਾਈ ਤਾਰ ਦਿੰਦਾ। ਤੋ ਸਤਿਗੁਰੂ ਜੀ ਨੇ ਇਹ ਸਿੱਧਾਂ ਦੇ ਸਵਾਲਾਂ ਦੇ ਜਵਾਬ 20 ਨੰਬਰ ਦੀ ਪੌੜੀ ਦੇ ਵਿੱਚ, ਜੋ 19ਵੀਂ ਪੌੜੀ ਦੇ ਸਵਾਲ ਸੀ, ਉਹਦੇ ਮਹਾਰਾਜ ਸਾਹਿਬ ਜੀ ਨੇ ਅੱਗੇ ਜਵਾਬ ਦਿੱਤੇ। ਗੁਰੂ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣਿਆ ਸੀਸ ਅੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਤ੍ਰੈ ਗੁਣ ਮੇਟੇ ਖਾਈਐ ਸਾਰ। ਨਾਨਕ ਤਾਰੇ ਤਾਰਨਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।